ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB ਟਰੱਕ ਰਿਪੇਅਰ, ਯੂਬਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫ੍ਰੀਟਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੀਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਕਹਿੰਦੇ ਸੀ ਕਿ ਫੇਸਬੁੱਕ ਬਹੁਤ ਹੀ ਟਰਾਂਸਪੇਰੈਂਟ ਹੈ, ਕਿਸੇ ਦੇ ਪ੍ਰਭਾਵ ਥੱਲੇ ਨਹੀਂ ਹੈ, ਪਰ ਭਾਰਤ ਦੇ ਵਿੱਚ ਸਥਿਤੀ ਬਿਲਕੁਲ ਉਲਟ ਨਜ਼ਰ ਆਉਂਦੀ ਹੈ। ਇੱਥੇ ਥੋੜ੍ਹੀ ਜਿਹੀ ਕਿਸੇ ਵੱਡੇ ਲੀਡਰ ਨੂੰ, ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਜੀ ਜਾਂ ਅਮਿਤ ਸ਼ਾਹ ਨੂੰ ਜਾਂ ਕਿਸੇ ਹੋਰ ਬੰਦੇ ਦੇ ਉੱਤੇ ਕੋਈ ਕੈਂਪੇਨ ਚੱਲਦੀ ਹੈ ਤਾਂ ਉਸ ਕੈਂਪੇਨ ਦੇ ਵਿੱਚ ਤੁਰੰਤ ਅੜਿੱਕਾ ਬਣ ਜਾਂਦੇ ਨੇ। ਕੱਲ੍ਹ ਤੁਹਾਨੂੰ ਪਤਾ ਹੋਏਗਾ ਕਿ ਇੱਕ ਮੋਦੀ ਦੇ ਅਸਤੀਫੇ ਦਾ ਹੈਸ਼ਟੈਗ ਚੱਲਿਆ ਸੀ, ਉਹਨੂੰ ਇੱਕ ਵਾਰੀ ਬੰਦ ਕਰਤਾ। ਬਿਲਕੁਲ, ਇਹ ਜਿਹੜਾ ਹੈਸ਼ਟੈਗ ਚੱਲਿਆ ਸੀ ਮੋਦੀ ਸਾਹਿਬ ਦੇ ਅਸਤੀਫੇ ਦੇ ਲਈ ਜੀ, ਇਹਦਾ ਮੁੱਖ ਕਾਰਨ ਇਹ ਸੀ ਕਿ ਪਿਛਲੇ ਦਿਨਾਂ ਤੋਂ ਕਰੋਨਾ ਦੀ ਮਹਾਮਾਰੀ ਨੇ ਜਿਹੜਾ ਵਿਕਰਾਲ ਰੂਪ ਧਾਰਿਆ ਵੈ ਜੀ, ਉਹਦੇ ਕਾਰਨ ਕੀ ਹੈ। ਆਪਾਂ ਕੱਲ੍ਹ ਵੀ ਸ਼ਾਇਦ ਖਬਰ ਡਿਸਕਸ ਕੀਤੀ ਸੀ ਕਿ UN ਦੇ ਸੈਕਟਰੀ ਜਨਰਲ ਜੀ, ਉਹਨਾਂ ਦੇ ਜਿਹੜੇ ਸਪੋਕਸ ਪਰਸਨ ਹੈ ਜਾਂ ਉਹਨਾਂ ਦੇ ਜਿਹੜੇ ਤਰਜਮਾਨ ਹੈ, ਉਹਨਾਂ ਨੇ ਇੱਕ ਇੰਕਸ਼ਾਫ ਕੀਤਾ ਸੀ ਕਿ ਭਾਰਤ ਨੂੰ ਯੂਨਾਈਟਿਡ ਨੇਸ਼ਨ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਸੀ
ਕਿ ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਜੀ। ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਕਿ ਸਾਡੀ ਪ੍ਰਣਾਲੀ ਜਿਹੜੀ ਹੈਗੀ ਹੈ ਮਾਰੂ ਬਿਮਾਰੀਆਂ ਨਾਲ ਲੜਨ ਵਾਲੀ, ਉਹ ਬੜੀ ਮਜ਼ਬੂਤ ਹੈ। ਇਸ ਲਈ ਸਾਨੂੰ ਕਿਸੇ ਵਿਦੇਸ਼ੀ ਮਦਦ ਦੀ ਲੋੜ ਨਹੀਂ ਜਾਂ UN ਦੀ ਮਦਦ ਦੀ ਲੋੜ ਨਹੀਂ ਜੀ। ਇਹ ਗੱਲ ਜਦੋਂ ਉਹਨਾਂ ਨੇ ਕਹਿ ਦਿੱਤੀ ਸੀ ਤੇ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਰੋਨਾ ਦੀ ਜਿਹੜੀ ਮਹਾਮਾਰੀ ਦਾ ਪਹਿਲਾ ਦੌਰ ਸ਼ੁਰੂ ਹੋਇਆ ਉਹ ਲਗਭਗ 13-14 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਬਿਲਕੁਲ। ਉਹਨਾਂ 13-14 ਮਹੀਨਿਆਂ ਦੇ ਦੌਰਾਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨਜ਼ਰ ਮਾਰ ਲਓ, ਗੱਲ ਚਾਈਨਾ ਤੋਂ ਸ਼ੁਰੂ ਹੋਈ ਸੀ ਤੇ ਚਾਈਨਾ ਤੋਂ ਲੈ ਕੇ ਦੇਸ਼ ਦੇ ਵੱਖ ਸਾਰੇ ਹੁੰਦਿਆਂ ਹੋਏ ਅਮਰੀਕਾ, ਮੇਰਾ ਖਿਆਲ ਹੈ ਵੀ ਕਰੋੜਾਂ ਲੋਕਾਂ ਦੀ ਜਾਨ ਚਲੀ ਗਈ। ਜਿਹੜੀ ਬਿਮਾਰੀ ਦਾ ਹਜੇ ਤੱਕ ਕੋਈ ਇਲਾਜ ਨਹੀਂ ਲੱਭਿਆ ਜੀ, ਸਿਰਫ ਤੇ ਸਿਰਫ ਹੈ ਵੀ ਥੋੜਾ ਬਹੁਤਾ ਬਚਾਅ ਹੋ ਸਕਦਾ ਹੈ ਜਾਂ ਬੰਦਿਆਂ ਨੂੰ ਜਿਹੜੀ ਹੈ ਬਿਮਾਰੀ ਜਦੋਂ ਲੱਗ ਜੇ ਉਹਨਾਂ ਨੂੰ ਲੰਬਾ ਸਮਾਂ ਜਿਉਂਦਾ ਕਿਵੇਂ ਰੱਖਣਾ, ਇੱਕ ਵਾਰੀ ਉਹ ਜਿਹੜਾ ਹੈਗਾ ਖਤਰਨਾਕ ਪੜਾਅ ਕੱਢ ਲੈਣ ਜੀ। ਉਹਦੇ ਲਈ ਆਕਸੀਜਨ ਦੀ ਲੋੜ ਹੈ, ਉਹਦੇ ਲਈ ਵੈਂਟੀਲੇਟਰ ਦੀ ਲੋੜ ਹੈ, ਜਿਹੜਾ ਮਨਸੂਈ ਸਾਹ ਪ੍ਰਣਾਲੀ ਹੈ ਉਹਦੀ ਲੋੜ ਵਗੈਰਾ ਹੁੰਦੀ ਹੈ। ਇਹ ਚੀਜ਼ਾਂ ਤਾਂ ਆਪਾਂ ਇੱਕ ਦੂਜੇ ਤੇ ਨਿਰਭਰ ਹਾਂ ਜੀ। ਪਰ ਨਰਿੰਦਰ ਮੋਦੀ ਸਾਹਿਬ ਨੇ ਇੱਕ ਨਾਅਰਾ ਦਿੱਤਾ ਸੀ, ਭਾਰਤ ਦਾ ਆਤਮ ਨਿਰਭਰ। ਬਸ ਉਹ ਆਤਮ ਨਿਰਭਰ ਵਾਲਾ ਜਿਹੜਾ ਫਾਨਾ ਹੈ ਨਾ, ਉਸ ਫਾਨੇ ਨੇ ਸਾਨੂੰ ਵਿਦੇਸ਼ੀ ਮਦਦ ਨਹੀਂ ਲੈਣ ਦਿੱਤੀ, ਯੂਨਾਈਟਿਡ ਨੇਸ਼ਨ ਤੋਂ ਮਦਦ ਨਹੀਂ ਲੈਣ ਦਿੱਤੀ। ਤੇ ਹੁਣ ਹੋਇਆ ਕੀ ਹੈ ਜੀ, ਕਿਸੇ ਵੀ ਜ਼ਿਲ੍ਹੇ 'ਚ ਦੇਖ ਲਓ, ਕਿਸੇ ਵੀ ਸ਼ਹਿਰ 'ਚ ਦੇਖ ਲਓ, ਕਿਸੇ ਵੀ ਪਿੰਡ 'ਚ ਦੇਖ ਲਓ, ਹਾਹਾਕਾਰ ਮਚੀ ਪਈ ਹੈ। ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਕੌਮ ਨੂੰ ਖਿਤਾਬ ਕੀਤਾ, ਦੇਸ਼ ਨੂੰ ਸੰਬੋਧਨ ਹੋਏ ਹੈ, ਉਦੋਂ ਮਨ ਕੀ ਬਾਤ ਵਿੱਚ ਵੀ ਇਹਨਾਂ ਨੇ ਇਹੀ ਗੱਲ ਕਹੀ ਸੀ ਕਿ ਕਿਤੇ ਇਹ ਮਹਾਮਾਰੀ ਜੀ ਪਿੰਡਾਂ ਤੱਕ ਨਾ ਪਹੁੰਚ ਜਾਵੇ। ਬਿਲਕੁਲ ਬਿਲਕੁਲ। ਪਿੰਡਾਂ ਨੂੰ ਬਚਾ ਕੇ ਰੱਖੋ। ਤੇ ਹੁਣ ਖਬਰਾਂ ਇਹ ਆ ਰਹੀਆਂ ਕਿ ਪਿੰਡਾਂ ਨੂੰ, ਬਾਕੀਆਂ ਨੂੰ ਤਾਂ ਛੱਡੋ, ਯੂਪੀ ਦੇ ਪਿੰਡਾਂ ਦੇ ਵਿੱਚ ਇਹ ਬਿਮਾਰੀ ਵੜ ਗਈ ਹੈ। ਯੂਪੀ ਦੇ ਵਿੱਚ ਕਿਉਂਕਿ ਪੰਚਾਇਤ ਚੋਣਾਂ ਚੱਲਦੀਆਂ ਤੇ ਇਹ ਪੰਚਾਇਤ ਚੋਣਾਂ ਜਿਹੜੀਆਂ ਇਹ ਹਾਈ ਕੋਰਟ ਦੇ ਹੁਕਮ ਨਾਲ ਕਰਵਾਈਆਂ ਗਈਆਂ ਸੀ। ਲੇਕਿਨ ਜਦੋਂ ਹਾਈ ਕੋਰਟ ਦਾ ਹੁਕਮ ਆਇਆ ਉਦੋਂ ਗੱਲ ਹੋਰ ਸੀ। ਹਾਂਜੀ। ਤੇ ਹਾਈ ਕੋਰਟ ਦਾ ਜਦੋਂ ਹੁਕਮ ਲਾਗੂ ਕੀਤਾ ਉਦੋਂ ਹਾਲਾਤ ਬਿਲਕੁਲ ਬਦਲ ਗਏ ਸੀ। ਬਿਲਕੁਲ ਜੀ। ਸਰਕਾਰ ਨੂੰ ਚਾਹੀਦਾ ਇਹ ਸੀ ਕਿ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੰਦੇ, ਇੱਕ ਬੇਨਤੀ ਕਰਦੇ ਕਿ ਜੀ ਇਹਨੂੰ ਪੋਸਟਪੋਨ ਕਰ ਦਿਓ। ਤੇ ਮੇਰਾ ਨਹੀਂ ਖਿਆਲ ਵੀ ਹਾਈ ਕੋਰਟ ਇਹ ਗੱਲ ਕਹੂ ਕਿ ਜ਼ਰੂਰ ਕਰਾਓ। ਬਿਲਕੁਲ। ਕਿਉਂਕਿ ਹਾਈ ਕੋਰਟ ਚਾਹੇ ਇਲਾਹਾਬਾਦ ਹਾਈ ਕੋਰਟ ਹੋਵੇ, 5 ਸ਼ਹਿਰਾਂ ਦੇ ਵਿੱਚ ਉਹਨਾਂ ਨੇ ਆਪਣੇ ਪੱਧਰ ਤੇ ਲਾਕਡਾਊਨ ਲਾ ਦਿੱਤਾ ਸੀ। ਕਲਕੱਤਾ ਹਾਈ ਕੋਰਟ ਹੋਵੇ, ਕਰੋਨਾ ਜਿਹੜਾ ਹੈਗਾ ਪ੍ਰੋਟੋਕੋਲ ਦੀ ਉਲੰਘਣਾ ਨੂੰ ਲੈ ਕੇ ਉਹਨੇ ਪੂਰੀ ਖਿਚਾਈ ਕੀਤੀ ਹੈ ਜੀ। ਦਿੱਲੀ ਦੀ ਹਾਈ ਕੋਰਟ ਨੇ ਪੂਰੀ ਖਿਚਾਈ ਕੀਤੀ ਹੈ, ਮਦਰਾਸ ਦੀ ਹਾਈ ਕੋਰਟ ਨੇ ਪੂਰੀ ਖਿਚਾਈ ਕੀਤੀ ਹੈ। ਸੁਪਰੀਮ ਕੋਰਟ ਦੇ ਵਿੱਚ ਭਾਵੇਂ ਹੁਣ ਤੱਕ ਢਿੱਲ ਮਿੱਠ ਵਾਲੀ ਗੱਲ ਸੀਗੀ, ਲੇਕਿਨ ਜਿਵੇਂ ਹਾਈ ਕੋਰਟਾਂ ਦਾ ਰੁਖ ਹੈ ਉਹਦੇ ਵਿੱਚ ਹੈ ਕਿ ਜਦੋਂ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਹਾਈ ਕੋਰਟ ਦੇ ਸਕਦੀ ਸੀ, ਪ੍ਰਵਾਨਗੀ ਦੇ ਸਕਦੀ ਸੀ, ਪਰ ਮੋਦੀ ਤੋਂ ਲੈ ਕੇ ਜੋਗੀ ਤੱਕ ਜਿਨ੍ਹਾਂ ਇਹਨਾਂ ਦੇ ਬੰਦੇ ਇਹਨਾਂ ਨੂੰ ਆਪਣੇ ਆਤਮ ਨਿਰਭਰਤਾ ਦਾ ਇੰਨਾ ਹੋਇਆ ਸੀ ਕਿ ਇਹਨਾਂ ਨੇ ਕੁਛ ਨਹੀਂ ਕੀਤਾ। ਇਹਦੇ ਤੇ ਹੁਣ ਕੁਝ ਜਿਹੜੇ ਸਜਗ ਲੋਕ ਸੀਗੇ, ਜਿਨ੍ਹਾਂ ਨੂੰ ਆਪਾਂ ਜਾਗਰਤ ਲੋਕ ਕਹਿ ਦਿੰਦੇ, ਉਹਨਾਂ ਨੇ ਕਿਹਾ ਜੀ ਜਿਹੜੀ ਹਕੂਮਤ ਜਾਂ ਜਿਹੜਾ ਪ੍ਰਧਾਨ ਮੰਤਰੀ ਆਪਣੇ ਲੋਕਾਂ ਦੀਆਂ ਜਾਨਾਂ ਨਾ ਬਚਾ ਸਕੇ ਉਹਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ। ਹੈਸ਼ਟੈਗ ਚਲਾ ਦਿੱਤਾ ਕਿ ਮੋਦੀ ਸਾਹਿਬ ਅਸਤੀਫਾ ਦਿਓ। ਤੇ ਇਹਦੇ ਤੇ ਹੋਇਆ ਕੀ, ਫੇਸਬੁੱਕ ਨੇ ਉਹ ਹੈਸ਼ਟੈਗ ਬਲੌਕ ਕਰਤਾ। ਜਦੋਂ ਫੇਸਬੁੱਕ ਦੀ ਚਾਰੇ ਪਾਸੋਂ ਤੋਏ ਹੋਣ ਲੱਗ ਪਈ, ਫਿਰ ਘੰਟੇ ਕੁ ਬਾਅਦ ਉਹਨੂੰ ਬਹਾਲ ਵੀ ਕਰ ਦਿੱਤਾ। ਹੁਣ ਫੇਸਬੁੱਕ ਦਾ ਸਪਸ਼ਟੀਕਰਨ ਆਇਆ ਕਿ ਗਲਤੀ ਨਾਲ ਅਸੀਂ ਕਰ ਬੈਠੇ ਸੀ, ਕਿਸੇ ਦੇ ਕਹਿਣ ਤੇ ਨਹੀਂ ਕੀਤਾ, ਕਿਉਂਕਿ ਇਲਜ਼ਾਮ ਇਹ ਲੱਗਦੇ ਕਿ ਭਾਰਤ ਸਰਕਾਰ ਦੇ ਕਹਿਣ ਤੇ ਸਾਰਾ ਕੁਝ ਕੀਤਾ। ਕਿਉਂਕਿ ਭਾਰਤ ਸਰਕਾਰ ਦਾ ਹੀ ਬਿਆਨ ਆ ਗਿਆ ਸੀ, ਆਖਿਆ ਨਹੀਂ, ਇਹਦਾ ਮਤਲਬ ਫਿਰ ਆਖਿਆ ਸੀ। ਕਿਉਂਕਿ ਉਹਨਾਂ ਨੇ ਕਿਹਾ ਕਿ ਕਮਿਊਨਿਟੀ ਦੇ ਵਿੱਚ ਨਫ਼ਰਤ ਫੈਲਾਉਣ ਵਾਲੀਆਂ ਕੁਝ ਗੱਲਾਂ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਿਆ, ਕਮਿਊਨਿਟੀ ਦੇ ਵਿੱਚ ਨਫ਼ਰਤ ਕਿੱਥੇ ਆ ਗਈ? ਇਹ ਨਫ਼ਰਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਅਸਲ ਦੇ ਵਿੱਚ ਜੇ ਦੇਖੀਏ, ਭਾਰਤ ਦੇ ਵਿੱਚ ਫੇਸਬੁੱਕ ਆਪਣੇ ਕਾਰੋਬਾਰ ਨੂੰ ਦੇਖਦੀ ਹੈ, ਪੈਸਿਆਂ ਨੂੰ ਦੇਖਦੀ ਹੈ, ਪੈਸਾ ਕਮਾਉਂਦੇ। ਪਹਿਲਾਂ ਵੀ ਤੁਹਾਡੇ ਯਾਦ ਹੋਣਾ, ਇੱਕ CEO ਸੀ ਇਹਨਾਂ ਦੀ ਬੀਬੀ ਇੱਥੇ ਮੈਡਮ, ਉਹਨੇ ਸਾਫ਼ ਕਹਿ ਦਿੱਤਾ ਸੀ, ਹਦਾਇਤਾਂ ਕਰਤੀਆਂ ਸੀ ਕਿ BJP ਦੀਆਂ ਜਿਹੜੀਆਂ ਪੋਸਟਾਂ, ਇਹਨਾਂ ਦੇ IT ਸੈੱਲ ਦੀਆਂ ਪੋਸਟਾਂ ਜਾਂ ਜਿਹੜੀਆਂ ਇਹਨਾਂ ਦੇ ਹੱਕ ਵਿੱਚ ਪੋਸਟਾਂ ਆਉਂਦੀਆਂ, ਉਹਨਾਂ ਦੇ ਉੱਤੇ ਉਹਨਾਂ ਨੂੰ ਕਿਸੇ ਨੂੰ ਡਿਲੀਟ ਨਹੀਂ ਕਰਨਾ, ਇਹਨੂੰ ਅੱਪ ਕਰੋ। ਔਰ ਉਹਨਾਂ ਨੇ ਇਹ ਕਿਹਾ ਸੀ ਕਿ ਸਾਨੂੰ ਇਹਨਾਂ ਦੀ ਲੋੜ ਹੈ, ਇਹ ਅੱਗੇ ਆਪਣੀ ਹਕੂਮਤ ਬਣਾਉਣ ਵਾਲੇ ਹੈ। ਸੋ ਫੇਸਬੁੱਕ ਦਾ ਜਾਂ ਆਪਾਂ ਇਹਨੂੰ ਕਹੀਏ WhatsApp ਦਾ, ਇਹਦਾ ਨਜ਼ਰੀਆ ਜਿਹੜਾ ਹੈਗਾ ਭਾਰਤ ਦੇ ਵਿੱਚੋਂ ਪ੍ਰੋ BJP ਹੈ। ਇਹੀ ਕਾਰਨ ਹੈ ਵਾਰ-ਵਾਰ ਸਾਡੇ ਜਿਹੜੇ ਮਸ਼ਹੂਰ ਉਹਦੇ ਵਿੱਚ ਕਿਹਾ ਜਾਂਦਾ ਕੁਝ ਵੱਡੇ ਘਰਾਂ ਨੇ ਹਿੱਸੇਦਾਰੀ ਪਾ ਲਈ ਹੈ ਨਾ। ਬਿਲਕੁਲ ਉਹ ਤਾਂ ਹੈ ਹੀ, ਉਹ ਤਾਂ ਉਹਦਾ ਕਾਰਨ ਹੀ ਹੈ ਨਾ ਕਿ ਕਾਰਪੋਰੇਟ ਘਰਾਣੇ ਆ ਗਏ, ਜਿਨ੍ਹਾਂ ਘਰਾਣਿਆਂ ਦੀ ਖਾਤਰ ਕਿਸਾਨੀ ਨੂੰ ਫਾਹੇ ਦਿੱਤਾ ਜਾ ਰਿਹਾ ਹੈ, ਉਹ ਫਿਰ ਉਹਨਾਂ ਦੀ ਤਾਂ ਹੁਕਮ ਮੰਨਣੇ ਪੈਣਗੇ, ਉਹ ਜੋ ਕਹਿਣਗੇ ਫਿਰ ਉਹਦੇ ਮੁਤਾਬਕ ਹੈ। ਹੁਣ ਇਹੀ ਕਾਰਨ ਦਾ ਨਿਆਲੀਆ ਸਾਹਿਬ ਸੋਸ਼ਲ ਮੀਡੀਆ ਦੇ ਬਾਰੇ ਰਵੀਸ਼ ਕੁਮਾਰ ਜਿਹੜੇ ਬੜੇ ਵਧੀਆ ਪੱਤਰਕਾਰ ਹੈਗੇ, ਉਹ ਵਾਰ-ਵਾਰ ਕਹਿੰਦੇ ਆ ਕਿ ਜਿਹੜਾ ਹੈਗਾ ਤੁਸੀਂ ਫੇਸਬੁੱਕ ਯੂਨੀਵਰਸਿਟੀ ਦਾ ਖਹਿੜਾ ਛੱਡ ਦਿਓ। ਉਹ ਤਾਂ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ 6 ਮਹੀਨੇ ਟੈਲੀਵਿਜ਼ਨ ਵੇਖਣਾ ਬੰਦ ਕਰ ਦਿਓ ਤਾਂ ਜਿਹੜੀ ਆ ਸਾਡੀ
ਜਿਹੜੀ ਨਫ਼ਰਤ ਵਾਲੀ ਰਾਜਨੀਤੀ ਆਪਣੇ ਆਪ ਹੀ ਆਪਣੇ ਆਪ ਹੀ ਖਤਮ ਹੋ ਆਪਣੇ ਆਪ ਹੀ ਖਤਮ ਹੋ ਜੂ, ਕਿਉਂਕਿ ਜਿਹੜਾ ਪ੍ਰਾਈਮ ਟਾਈਮ ਦੇ ਵਿੱਚ ਹੁੰਦਾ ਕੀ ਹੈ, ਸਾਰੇ ਪ੍ਰਾਈਮ ਟਾਈਮਸ ਦੇ ਵਿੱਚ ਨਫ਼ਰਤ ਹੀ ਫੈਲਾਈ ਜਾਂਦਾ, ਕੰਮ ਦੀ ਗੱਲ ਤਾਂ ਹੁੰਦੀ ਨਹੀਂ ਕੋਈ। ਔਰ ਅੱਜ ਮੈਂ ਇਹਨੂੰ ਤੁਹਾਨੂੰ ਦੱਸਾਂ, ਸਾਡੇ ਇੱਕ ਪ੍ਰੋਫੈਸਰ ਹੈ, ਇੱਥੋਂ ਰਿਟਾਇਰ ਹੋਏ ਵੀ ਜੀ, ਕਾਰੋਬਾਰ ਕਰਦੇ ਆ, ਬਹੁਤ ਇੰਟੈਲੀਜੈਂਟ ਆਦਮੀ, ਬੜੇ ਆਪਣੇ ਜ਼ਮਾਨੇ ਦੀ ਬਹੁਤ ਵੱਡੀ ਚੀਜ਼ ਹੈ, ਸ਼ਾਇਰ ਹੈ। ਉਹਨਾਂ ਦਾ ਮੈਨੂੰ ਕੱਲ੍ਹ ਵੀ ਮੇਰੇ ਉਹਨਾਂ ਦੀ ਗੱਲਬਾਤ ਹੋ ਰਹੀ ਸੀ ਕਿਸੇ ਵਿਸ਼ੇ ਦੇ ਉੱਤੇ। ਅੱਜ ਫਿਰ ਉਹਨਾਂ ਦਾ ਮੈਨੂੰ ਫੋਨ ਆ ਗਿਆ, ਕਹਿੰਦੇ ਯਾਰ ਕੱਲ੍ਹ ਇੱਕ ਗੱਲ ਰਹਿ ਗਈ ਸੀ, ਮੈਂ ਅੱਜ ਤੇਰੇ ਨਾਲ ਗੱਲ ਕਰਨੀ ਹੈ ਜੀ। ਮੈਂ ਕਿਹਾ ਜੀ ਦੱਸੋ ਕੀ ਹੈ। ਉਹਨਾਂ ਨੇ ਚਾਈਨੀ ਆਗੂ ਮੌਜੇ ਤੁੰਗ ਦੀ ਮੈਨੂੰ ਇੱਕ ਮਿਸਾਲ ਦਿੱਤੀ। ਅੱਛਾ ਜੀ। ਕਹਿੰਦੇ ਮੌਜੇ ਤੁੰਗ ਇਹ ਗੱਲ ਕਹਿੰਦੇ ਹੁੰਦੇ ਸੀ, ਕੁਛ ਲੋਕਾਂ ਨੂੰ ਜਿਹੜੇ ਬੰਦੇ ਫੀਲਡ ਦੇ ਵਿੱਚ ਨਹੀਂ ਨਾ ਜਾਂਦੇ, ਦਫ਼ਤਰਾਂ ਦੇ ਵਿੱਚ ਬੈਠ ਕੇ ਕੰਮ ਕਰਦੇ ਹੁੰਦੇ ਸੀ, ਦਫ਼ਤਰਾਂ ਦੇ ਵਿੱਚ ਬੈਠ ਕੇ ਸਟ੍ਰੈਟਜੀਜ਼ ਬਣਾਉਂਦੇ ਹੁੰਦੇ ਸੀ, ਉਹਨਾਂ ਨੂੰ ਉਹ ਕਹਿੰਦੇ ਹੁੰਦੇ ਸੀ ਪੇਪਰ ਟਾਈਗਰ, ਕਾਗਜ਼ਾਂ ਦੇ ਕਾਗਜ਼ੀ ਸ਼ੇਰ, ਕਾਗਜ਼ੀ ਸ਼ੇਰ, ਕਾਗਜ਼ੀ ਸ਼ੇਰ ਹੈ। ਮੈਨੂੰ ਕਹਿੰਦਾ ਵੀ ਯਾਰ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਲੋਕ ਗ੍ਰਾਸ ਰੂਟ ਲੈਵਲ ਤੇ ਜਾ ਕੇ ਥੱਲੇ ਕੰਮ ਕਰਦੇ ਸੀ, ਪਰ ਅੱਜ ਕਹਿੰਦਾ ਵੀ ਉਹ ਜਿਹੜੇ ਵੱਡੇ ਵੱਡੇ ਮੁਜ਼ਾਹਰੇ ਹੁੰਦੇ ਸੀ, ਵੱਡੇ ਵੱਡੇ ਪ੍ਰੋਟੈਸਟ ਹੁੰਦੇ ਸੀ, ਉਹ ਗਾਇਬ ਹੈ। ਉਹ ਫੇਸਬੁੱਕ ਤੇ ਆ ਗਏ, ਪੋਲੀਟੀਕਲ ਪਾਰਟੀਆਂ 'ਚ ਉਹ ਕਹਿੰਦਾ 2 ਥਾਵਾਂ ਤੇ ਆ ਗਏ, ਇੱਕ ਟਵਿੱਟਰ ਤੇ ਇੱਕ ਫੇਸਬੁੱਕ। ਇਹ ਕਹਿੰਦਾ ਜਿਹੜੇ ਟਵਿੱਟਰ ਸ਼ੇਰ ਹੈ ਤੇ ਫੇਸਬੁੱਕ ਹੀ ਇਹ ਸ਼ੇਰ ਹੈ, ਕਹਿੰਦੇ ਜੀ ਸਿਸਟਮ ਚੇਂਜ ਕਰ ਦਿਆਂਗੇ। ਇਹ ਬੈਠੇ ਕਹਿੰਦਾ ਠੰਡੇ ਕਮਰਿਆਂ 'ਚ ਹੈ, ਉਹ ਹੁੰਦਾ ਨਹੀਂ, ਜਾਂ ਸਿਆਲਾਂ ਦੇ ਵਿੱਚ ਕਹਿੰਦਾ ਰਜਾਈਆਂ 'ਚ ਬੈਠ ਕੇ ਲੈਪਟਾਪ ਦੇ ਉੱਤੇ ਬੈਠੇ ਤੇ ਦਵਾ ਦਵ ਕਹਿੰਦਾ ਵੀ ਸਾਰਾ ਸੰਸਾਰ ਬਦਲ ਦਿੰਦੇ। ਇਹ ਪਹਿਲਾਂ ਕਹਿੰਦਾ ਵੀ ਇਹੀ ਭੁਲੇਖਾ ਮਨਪ੍ਰੀਤ ਬਾਦਲ ਨੂੰ ਪਿਆ ਸੀ, ਜਿਹਨੇ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਸੀ, ਇਸ ਤੋਂ ਬਾਅਦ ਪੈ ਗਿਆ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੈ ਗਿਆ ਸੀ। ਹੁਣ ਫਿਰ ਜਿਹੜੇ ਕਈ ਕਿਸਮ ਦੇ ਹੋਰ ਆ ਗਏ ਆ, ਜਿਹੜੇ ਨਵੇਂ ਅਵਤਾਰ ਉਤਰੇ ਆ ਪੀਕੇ ਵਰਗੇ, ਉਹਨਾਂ ਨੂੰ ਵੀ ਭੁਲੇਖਾ ਹੈ, ਉਹਨਾਂ ਨੂੰ ਵੀ ਹੋ ਗਿਆ ਇਸ ਗੱਲ ਦਾ ਜੀ ਅਸੀਂ ਇਸ ਢੰਗ ਦੇ ਨਾਲ ਬਦਲ ਦਿਆਂਗੇ ਵੀ ਜਿਹੜੇ ਕਾਗਜ਼ੀ ਸ਼ੇਰ ਹੈ ਨਾ, ਇਹ ਟਵਿੱਟਰ ਸ਼ੇਰ, ਫੇਸਬੁੱਕ ਕੀ ਇਹ ਸ਼ੇਰ, ਇਹ ਸਾਰਾ ਕੁਛ ਉੱਥੋਂ ਹੀ ਚੱਲਦਾ ਹੈ। ਸੋ ਇਹ ਭੁਲੇਖਾ ਲੋਕਾਂ ਨੂੰ ਬਹੁਤ ਪੈ ਜਾਂਦਾ ਕਿ ਇਹ ਬਦਲ ਦਿੰਦੇ ਆ। ਲੇਕਿਨ ਭਾਰਤ ਵਰਗੇ ਦੇਸ਼ਾਂ 'ਚ ਜਿੱਥੇ ਅਜੇ ਤੱਕ ਵੀ ਵੱਡੀ ਬਹੁ ਗਿਣਤੀ ਜਿਹੜੀ ਹੈ ਉਹ ਭੁੱਖਮਰੀ ਦਾ ਸ਼ਿਕਾਰ ਹੈ, ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ, ਔਰ ਵੱਖ-ਵੱਖ ਜਿਹੜੀਆਂ ਹੁਣ ਤੱਕ ਕੌਮਾਂਤਰੀ ਸੰਸਥਾਵਾਂ ਉਹਦੇ ਅੰਕੜੇ ਵੀ ਆਉਣ ਲੱਗ ਪਏ ਹਨ ਕਿ ਅਸੀਂ ਤਾਂ ਨੇਪਾਲ ਤੇ ਬੰਗਲਾਦੇਸ਼ ਦੇ ਨਾਲੋਂ ਵੀ ਪਿਛਾਂਹ ਫਿਰਦੇ ਹਾਂ, ਕਈ ਮਾਮਲਿਆਂ 'ਚ ਅਸੀਂ ਪਾਕਿਸਤਾਨ ਨਾਲੋਂ ਵੀ ਪਿਛਾਂਹ ਫਿਰਦੇ ਹਾਂ। ਜਿੱਥੇ ਪਿਛੜੇਵਾਂ ਪਰ ਇੰਨਾ ਹੋਵੇ, ਉੱਥੇ ਲੋਕਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਵੀ ਟਵਿੱਟਰ ਕੀ ਹੁੰਦਾ, ਫੇਸਬੁੱਕ ਕੀ ਹੁੰਦੀ ਹੈ। ਸੋ ਇਹ ਜਿਹੜਾ ਹੈਗਾ ਆਪਣੇ ਹਿਸਾਬ ਕਿਤਾਬ ਨਾਲ ਗੱਲ ਕਰਦੇ ਹੈ, ਪਰ ਜਿਹੜਾ ਅਸੀਂ ਦੇਖੀਏ ਕੁੱਲ ਮਿਲਾ ਕੇ ਕਿ ਫੇਸਬੁੱਕ ਦੇ ਉੱਤੇ ਕੰਟਰੋਲ ਜਿਹੜਾ ਭਾਰਤੀ ਕਾਰਪੋਰੇਟਰਾਂ ਦਾ ਹੈ, ਔਰ ਭਾਰਤੀ ਕਾਰਪੋਰੇਟਰਾਂ ਦੀ ਮਿੱਤਰ ਸਰਕਾਰ ਹੈ, ਤੇ ਉਹ ਸਰਕਾਰ ਦੀ ਜਦੋਂ ਥੋੜ੍ਹੀ ਬਹੁਤੀ ਵੀ ਕ੍ਰਿਟਿਸਿਜ਼ਮ ਹੁੰਦੀ ਹੈ ਫਿਰ ਉਹਨੂੰ ਬਲੌਕ ਕਰ ਦਿੰਦੇ ਜੀ। ਪਰ ਉਹ ਤਾਂ ਉੱਥੇ ਤਾਂ ਬਲੌਕ ਕਰ ਦਿੰਦੇ ਆ, ਪਰ ਦੂਜੇ ਪਾਸੇ ਕਹਿੰਦੇ ਇਹ ਵੀ ਖਬਰਾਂ ਆ ਰਹੀਆਂ ਨੇ, ਇਹ ਵੀ ਚਰਚਾ ਹੋ ਰਹੀ ਹੈ ਕਿ ਜਿਹੜਾ ਭਾਰਤ ਦੇ ਵਿੱਚ ਹੁਣ ਕਰੋਨਾ ਦੀ ਸਥਿਤੀ ਹੈ, ਜਾਂ ਕਿਸੇ ਪ੍ਰਕਾਰ ਦੀ ਵੀ ਆਪਾਂ ਕਹਿ ਲਈਏ, ਕਿ ਉਹ ਕਹਿੰਦੇ ਮੋਦੀ ਘਮੰਡੀ ਬਹੁਤ, ਮੋਦੀ ਦਾ ਘਮੰਡ ਕਹਿੰਦੇ ਇਹ ਸਭ ਕੁਝ ਕਰਾ ਰਿਹਾ। ਬਿਲਕੁਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੀ, ਇਹ ਜਿਹੜਾ ਮੋਦੀ ਦਾ ਘਮੰਡ ਵਾਲੀ ਗੱਲ ਕੀਤੀ ਹੈ, ਕੋਈ ਆਮ ਬੰਦਾ ਨਹੀਂ ਕਰ ਰਿਹਾ। ਇਹ ਕੋਈ ਸਾਡੇ ਜੇ ਆਪਾਂ ਕਹਿ ਦਈਏ ਤੁਸੀਂ ਅਸੀਂ ਬੈਠ ਕੇ ਇੱਥੇ ਮਾਈਕ ਦੇ ਮੂਹਰੇ ਅਸੀਂ ਨਹੀਂ ਕਰ ਰਹੇ। ਇੰਟਰਨੈਸ਼ਨਲ ਮੀਡੀਆ ਜਿਹੜਾ ਹੈਗਾ, ਵੱਖ-ਵੱਖ ਦੇਸ਼ਾਂ ਦੇ ਵੱਡਾ ਮੀਡੀਆ ਜਿਹਦਾ ਨਾਂ ਹੈ, ਉਸ ਮੀਡੀਆ ਦੇ ਵਿੱਚ ਇਹ ਗੱਲਾਂ ਆ ਰਹੀਆਂ। ਤੁਸੀਂ ਦੇਖਿਆ ਹੁਣੇ ਟਾਈਮ ਮੈਗਜ਼ੀਨ, ਸੰਸਾਰ ਪ੍ਰਸਿੱਧ ਮੈਗਜ਼ੀਨ ਹੈ, ਉਹਦੀ ਫਰੰਟ ਪੇਜ ਦੇਖੀ, ਉਹਦੀ ਫਰੰਟ ਪੇਜ ਦੇ ਉੱਤੇ ਜਿਹੜੀ ਤਸਵੀਰ ਹੈ, ਉਹ ਤਸਵੀਰ ਕੀ ਦਰਸਾਉਂਦੀ ਹੈ? ਉਹ ਤਸਵੀਰ ਜਿਹੜੀ ਹੈਗੀ ਆ, ਉਹ ਇੱਕ ਸ਼ਮਸ਼ਾਨ ਘਾਟ ਦੀ ਤਸਵੀਰ ਹੈ, ਜਿੱਥੇ ਲਾਟਾਂ ਹੀ ਲਾਟਾਂ ਨਿਕਲ ਰਹੀ, ਜਿੱਥੇ ਇੱਕ ਨਹੀਂ ਦੋ ਨਹੀਂ ਕਈ ਲੋਕ ਜਿਹੜੇ ਹੈਗੇ ਉਹਨਾਂ ਨੂੰ ਜਲਾਇਆ ਜਾ ਰਿਹਾ, ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ। ਸੰਸਕਾਰ ਵਾਲੀ ਤਾਂ ਗੱਲ ਹੀ ਕੋਈ ਹੈ ਨਹੀਂ, ਕਿਉਂਕਿ ਸੰਸਕਾਰ ਫੂਕਣ ਵਾਲੀ ਗੱਲ ਉਹਨਾਂ ਨੂੰ ਫੂਕਿਆ ਜਾ ਰਿਹਾ। ਟਾਈਮ ਮੈਗਜ਼ੀਨ, ਜਿਹੜੇ ਮੈਗਜ਼ੀਨ ਨੇ ਦੁਨੀਆ ਦੀਆਂ ਅਹਿਮ ਪਰਸਨੈਲਿਟੀਜ਼ ਦੇ ਵਿੱਚ ਮੋਦੀ ਸਾਹਿਬ ਦਾ ਜ਼ਿਕਰ ਕੀਤਾ ਸੀ, ਤੇ ਉਹ ਇਸ ਕਿਸਮ ਦਾ ਲਿਖਦਾ, ਤਾਂ ਇਹ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਭਾਰਤ ਦੀ ਹਾਲਤ ਕੀ ਹੈ। ਹੁਣ ਜੇ ਆਪਾਂ ਦੇਖੀਏ ਜੀ, ਜਿਹੜਾ ਫਰਾਂਸ ਦਾ ਮੀਡੀਆ ਹਾਊਸ ਹੈ ਜੀ, ਫਰਾਂਸ ਦਾ ਮੀਡੀਆ ਹਾਊਸ ਦਾ ਕਹਿਣਾ ਹੈ ਵੀ ਮੋਦੀ ਦੀ ਵਜ੍ਹਾ ਕਾਰਨ ਹੀ ਦੇਸ਼ ਖੌਫ ਦਾ ਮੰਜ਼ਰ ਹੈ ਦੇਸ਼ ਦੇ ਵਿੱਚ ਜੀ, ਔਰ ਸਰਕਾਰ ਦੀ ਕਮਜ਼ੋਰ ਪਲੈਨਿੰਗ ਦੇ ਨਾਲ ਹਾਲਾਤ ਜਿਹੜੇ ਬੇਕਾਬੂ ਹੋਏ ਹੈ। ਕਹਿੰਦੇ PM ਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਕਿ ਭਾਰਤ ਦੀ ਜਿਹੜੀ ਸਮਰੱਥਾ ਹੈ ਵੈਕਸੀਨ ਦੀ, ਉਹ ਕਿੰਨੀ ਹੈ ਜੀ। ਜਿਸ ਬੰਦੇ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਇੱਥੇ ਦੀ ਸਾਡੀ ਸਮਰੱਥਾ ਕਿੰਨੀ ਕੁ, ਅਸੀਂ ਵੈਕਸੀਨ ਬਣਾਉਣੇ ਕਿੰਨੀ ਕੁ ਜੀ, ਤੇ ਉਹਦੇ ਤੋਂ ਅਸੀਂ ਇਹ ਉਮੀਦ ਕਿਵੇਂ ਰੱਖਾਂਗੇ ਕਿ ਉਹ ਠੀਕ ਤਰੀਕੇ ਦੇ ਨਾਲ ਉਹਦੀ ਤਕਸੀਮ ਕਰ ਦੂਗਾ, ਉਹਦੀ ਵੰਡ ਕਰ ਦੂਗਾ ਜੀ। ਬਿਲਕੁਲ ਦਿੱਲੀ ਹਾਈ ਕੋਰਟ ਦੀ ਤੁਸੀਂ ਦੇਖੀ ਹੋਣੀ, ਅੱਜ ਇੱਕ ਫਟਕਾਰ ਆਈ ਹੈ ਫਿਰ ਭਾਰਤ ਸਰਕਾਰ ਨੂੰ ਕਿ 2 ਸੂਬਿਆਂ ਨੂੰ ਜੀ, ਮੱਧ ਪ੍ਰਦੇਸ਼ ਨੂੰ ਤੇ ਮਹਾਰਾਸ਼ਟਰ ਨੂੰ, ਉਹਨਾਂ ਦੀ ਲੋੜ ਤੋਂ ਵੱਧ ਜਿਹੜੀ ਹੈਗੀ ਤੁਸੀਂ ਵੈਕਸੀਨ ਦੇ ਰਹੇ ਹੋ, ਤੇ ਦੂਜੇ ਪਾਸੇ ਜਿਹੜੇ ਹੈਗੇ ਪੰਜਾਬ ਦੇ ਵਿੱਚ ਤਾਂ ਖਤਮ ਵੀ ਹੋ ਗਈ, ਸਮਝ ਲਓ ਖਤਮ ਹੋਣ ਵਾਲੀ ਗੱਲ ਵੀ ਹੈ। ਹੁਣ ਪੰਜਾਬ ਦੇ ਵਿੱਚ ਤਾਂ ਦੌੜਾਂ ਇਸ ਗੱਲ ਤੇ ਲੱਗੀਆਂ ਪਈਆਂ ਕਿ ਜਿਨ੍ਹਾਂ ਨੇ ਪਹਿਲੀ ਡੋਜ਼ ਲਵਾ ਲਈ ਸੀ ਉਹਨਾਂ ਨੂੰ ਫਿਕਰ ਪੈ ਗਿਆ ਦੂਜੀ ਕਿਵੇਂ ਲੱਗੂਗੀ, ਉਹ ਪਹਿਲਾਂ ਭੱਜ ਲਏ ਵਿਚਾਰੇ, ਉਹ ਪਹਿਲਾਂ ਭੱਜ ਲਏ। ਔਰ ਅੱਜ ਮੈਂ ਜਾ ਕੇ ਦੇਖ ਕੇ ਆਇਆ ਕਿ ਜਿਹੜੇ ਸੈਂਟਰ ਦੇ ਵਿੱਚ ਬੰਦ ਕੀਤੀ ਸੀ ਅੱਜ ਦੇ ਦਿਨ ਨਹੀਂ ਹੁੰਦੀ, ਉਹ ਦੁਬਾਰਾ ਫਿਰ ਖੋਲਣਾ ਪੈ ਗਿਆ ਕਿਉਂਕਿ ਲੋਕਾਂ ਦੀ ਭੀੜ ਜ਼ਿਆਦਾ ਹੋ ਗਈ। ਔਰ ਉੱਥੇ ਮੈਂ ਉਹਨਾਂ ਨੂੰ ਪੁੱਛਿਆ ਮੁਲਾਜ਼ਮਾਂ ਨੂੰ ਵੀ ਤੁਸੀਂ ਕੀ, ਉਹ ਕਹਿੰਦੇ ਜੀ ਕੀ ਕਰੀਏ, ਸਾਨੂੰ ਤਾਂ ਫਿਰ ਇਹ ਹੁਣ ਕੱਲ੍ਹ ਨੂੰ, ਹਾਲਾਂਕਿ ਉਹ ਕੱਲ੍ਹ ਨੂੰ ਹੋਣੀ ਸੀ ਜੀ, ਉਹ ਕਹਿੰਦੇ ਵੀ ਕੱਲ੍ਹ ਸੈਚਰਡੇ, ਮੰਗਲਵਾਰ ਤੇ ਸ਼ੁੱਕਰਵਾਰ
3 ਦਿਨ ਤੇ 3 ਦਿਨ ਜਿਹੜੀ ਇਹ ਚੱਲਦੀ ਵੀਰਵਾਰ ਮੰਗਲਵਾਰ ਤੇ ਵੀਰਵਾਰ 3 ਦਿਨ ਚੱਲਦੀ ਹੁੰਦੀ ਸੀ, ਕਿਉਂਕਿ ਕੱਲ ਨੂੰ ਗੁਰੂ ਅਰਜਨ ਦੇਵ ਜੀ ਦਾ ਮਤਲਬ ਜਿਹੜਾ ਹੈਗਾ ਪ੍ਰਕਾਸ਼ ਉਤਸਵ ਹੈ 400 ਸਾਲਾ। ਹਾਂਜੀ। ਉਹਦੇ ਚੱਲਦਿਆਂ ਪੰਜਾਬ ਸਰਕਾਰ ਨੇ ਸਾਰੇ ਆਪਣੇ ਦਫ਼ਤਰਾਂ ਦੇ ਵਿੱਚ ਛੁੱਟੀ ਕਰਤੀ, ਸਾਰੇ ਸਰਕਾਰੀ ਦਫ਼ਤਰ ਸਾਰੇ ਹਸਪਤਾਲ ਬੰਦ ਰਹਿਣਗੇ, ਲੋਕ ਧੱਕੇ ਖਾਣਗੇ, ਕੀ ਕਰਨਗੇ, ਤੇ ਉਹ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਲਾਉਣੀ ਸ਼ੁਰੂ ਕਰ ਦਿੱਤੀ ਜੀ। ਸੋ ਇਹ ਤਾਂ ਜਿਹੜਾ ਜੀ ਫਰਾਂਸ ਦੇ ਮੀਡੀਆ ਦਾ ਕਹਿਣਾ। ਫਰਾਂਸ ਦੇ ਮੀਡੀਆ ਤੋਂ ਬਾਅਦ ਇੱਕ ਜਿਹੜਾ ਹੈਗਾ ਇੰਗਲੈਂਡ ਦਾ ਬੜਾ ਵੱਡਾ ਅਖਬਾਰ ਹੈ ਜੀ, ਜਿਹਦਾ ਨਾਂ ਗਾਰਜੀਅਨ ਹੈ। ਜੀ ਜੀ। ਗਾਰਜੀਅਨ ਨੇ ਤਾਂ ਕਮਾਲ ਹੀ ਕਰਤੀ। ਉਹ ਕਹਿੰਦੇ ਜੀ ਭਾਰਤ ਦੀ ਰੂਹ ਹੈ ਜਿਹੜੀ ਜੀ, ਇਹ ਹਨੇਰੀ ਰਾਜਨੀਤੀ ਚ ਗੁਆਚ ਗਈ ਹੈ। ਓਹੋ ਕਿਆ ਭਾਰਤ ਦੀ ਰੂਹ ਹਨੇਰੀ ਰਾਜਨੀਤੀ ਚ ਗੁਆਚ ਗਈ ਕਿ ਇੱਥੇ ਦੀ ਰਾਜਨੀਤੀ ਜਿਹੜੀ ਹੈਗੀ ਉਹ ਇੰਨੀ ਭੱਬਲ ਭੂਸੇ ਵਾਲੀ ਤੇ ਹਨੇਰਗਰਦੀ ਚ ਹੈ। ਹਨੇਰ ਕਰਦੀ ਹੈ ਜਿਵੇਂ ਕਾਲੀ ਬੋਲੀ ਰਾਤ ਚ ਬੰਦਾ ਗਵਾਚ ਜਾਂਦਾ ਸੀ। ਭਾਰਤ ਦੀ ਰੂਹ ਹੈ ਜਿਹੜੀ ਹੈਗੀ ਉਹਦੇ ਤੇ ਗੱਲ ਕਰਦੀ ਹੈ, ਜਿਵੇਂ ਉਹ ਆਪਾਂ ਕੱਲ ਜ਼ਿਕਰ ਕੀਤਾ ਸੀ। ਕੱਲ ਪੰਜਾਬ ਦੀ ਰੂਹ ਦੀ ਗੱਲ ਕੀਤੀ ਸੀ ਆਪਾਂ ਨਵਜੋਤ ਸਿੰਘ ਸਿੱਧੂ ਦੀ। ਜੀ। ਉਹਨੇ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਕਹਿੰਦਾ ਪਟਿਆਲੇ ਤੋਂ ਚੋਣ ਲੜ ਲਾ, ਇੱਕ ਸੀਟ ਦਾ ਮਹੱਤਵ ਕੀ ਹੈ। ਮੇਰੀ ਰੂਹ ਪੰਜਾਬ ਅਤੇ ਪੰਜਾਬ ਦੀ ਰੂਹ ਗੁਰੂ ਗ੍ਰੰਥ ਸਾਹਿਬ ਹੈ। ਤੇ ਇੱਥੇ ਜਿਹੜੀ ਹੈਗੀ ਹੈ ਗਾਰਜੀਅਨ ਅਖਬਾਰ ਕਰਦਾ ਭਾਰਤ ਦੀ ਰੂਹ ਦੀ, ਕਿ ਜਿਹੜੀ ਇਹ ਹਨੇਰਗਰਦੀ ਵਾਲੀ ਰਾਜਨੀਤੀ ਹੈ, ਹਨੇਰੀ ਰਾਜਨੀਤੀ ਨੇ ਭਾਰਤ ਦੀ ਰੂਹ ਹੈ ਜਿਹੜੀ ਉਹਨੂੰ ਨੇਸ ਤੋਂ ਨਾਬੂਦ ਕਰ ਦਿੱਤਾ, ਉਹਦੇ ਚੋਂ ਗੁਆਚ ਕੇ ਰਹਿ ਗਈ ਜੀ। ਇੱਕ ਹੋਰ ਹੈ ਜੀ ਜਾਂ ਨਿਊਯਾਰਕ ਟਾਈਮਸ। ਨਿਊਯਾਰਕ ਟਾਈਮਸ ਨੇ ਤਾਂ ਬਹੁਤ ਹੀ ਖਤਰਨਾਕ ਭਾਰਤ ਦੀ ਵੋਟਰਾਂ ਦੀ ਜ਼ਮੀਰ ਨੂੰ ਹਲੂਣ ਕੇ ਰੱਖਤਾ। ਉਹ ਦੱਸੋ। ਉਹ ਕਹਿੰਦਾ ਭਾਰਤ ਦੇ ਵੋਟਰਾਂ ਨੇ ਲੰਬਾ ਤੇ ਡਰਾਉਣਾ ਸੁਪਨਾ ਚੁਣ ਲਿਆ। ਵੈਸੇ ਵਾਕਿਆ ਸਹੀ ਗੱਲ ਹੈ ਢਿੱਲੋਂ ਸਾਹਿਬ। ਮੈਂ ਤੁਹਾਡੇ ਨਾਲ ਗੱਲ ਕਰਦਾ ਮੈਂ ਉਂਗਲਾਂ ਭੰਨ ਰਿਹਾ ਸੀ। ਮੈਂ ਕਿਹਾ ਇਹ ਤਾਂ ਵੋਟਾਂ ਪਈਆਂ ਨਹੀਂ, 2 ਸਾਲ ਵੀ ਨਹੀਂ ਹੋਏ। 2 ਸਾਲ ਵੀ ਨਹੀਂ ਹੋਏ ਤੇ ਤਰਾ ਹੋ ਗਈ। ਅਗਲੇ 3 ਸਾਲ ਕਿਵੇਂ ਕੱਟਣਗੇ ਲੋਕ? ਕਿਵੇਂ ਕੱਢਾਂਗੇ 3 ਸਾਲ? 3 ਸਾਲ ਜਿਹੜੇ ਸ਼ਾਸਕ ਦੀ ਮਸ਼ੀਨਰੀ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ 'ਚ ਕੀ ਹੋ ਰਿਹਾ, ਕੀ ਹੋਣਾ, ਇਹਦਾ ਅਸੀਂ ਪ੍ਰਬੰਧ ਕੀ ਕਰਨੇ। ਅਸੀਂ ਤੁਸੀਂ ਦੇਖੋ ਆਮ ਤੌਰ ਦੇ ਉੱਤੇ ਜਿਹੜੇ ਪਿੰਡਾਂ ਦੇ ਜ਼ਿਮੀਂਦਾਰ ਆ, ਪਿੰਡਾਂ ਦੇ ਕਿਸਾਨ ਆ, ਪਿੰਡਾਂ ਦੇ ਮਜ਼ਦੂਰ ਹੈ ਜੀ, ਉਹਨਾਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰੀਏ ਕਿ ਜਦੋਂ ਹਾੜੀ ਦਾ ਮੌਕਾ ਆਉਂਦਾ ਹੈ, ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ, ਮਜ਼ਦੂਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਣਕ ਵੱਢੋ ਲੋਕਾਂ ਦੇ ਖੇਤਾਂ 'ਚ ਜਾ ਕੇ, ਕਣਕ ਵੱਢ ਕੇ ਤੇ ਉਹਦੇ ਨਾਲ ਜਿਹੜੀ ਹੈਗੀ ਕਣਕ ਦੇ ਬਦਲੇ ਦਾਣੇ ਲਓ। 6 ਮਹੀਨੇ ਦਾ ਸਾਲ ਦਾ ਬਿਲਕੁਲ। ਆਪਾਂ ਕਹਿੰਦੇ ਸੀਗੇ ਵੀ 1.5 ਮਣ ਕਣਕ ਕਿੱਲੇ ਦੀ, 2 ਮਣ ਕਣਕ, 2.5 ਮਣ ਚੱਲਦੀ ਸੀ ਚੱਲਦੀ ਸੀ। ਆ ਹੁਣ ਜਿਹੜੀ ਕੰਬਾਈਨਾਂ ਵਾਲੀ ਗੱਲ ਤਾਂ ਹੁਣ ਆ ਗਈ। ਹੁਣ ਵੀ ਅਜੇ ਕਈ ਥਾਵਾਂ ਦੇ ਉੱਤੇ ਤੂੜੀ ਦੀ ਲੋੜ ਹੁੰਦੀ ਹੈ, ਲੋਕ ਕਣਕ ਵਢਵਾਉਂਦੇ ਆ, ਉਹ ਕਰਦੇ ਆ। ਬਾਕੀ ਤੁਸੀਂ ਗੱਲ ਛੱਡੋ, ਇਹ ਤਾਂ ਚਲੋ ਮਨੁੱਖ ਹੈ, ਮਨੁੱਖ ਨੇ ਤਾਂ ਕਰਨੀ ਹੈ। ਤੁਸੀਂ ਇਹ ਦੇਖੋ ਕਿ ਆਪਣਾ ਥੋੜਾ ਜਿਹੜਾ ਬਾਰਿਸ਼ਾਂ ਦਾ ਮੌਸਮ ਹੈ ਜੀ, ਬਾਰਿਸ਼ਾਂ ਦੇ ਮੌਸਮ ਤੋਂ ਪਹਿਲਾਂ ਕੀੜੇ, ਉਹ ਵੀ ਕਣਕਾਂ ਲੈ ਜਾਂਦੇ। ਕੀੜੇ ਵੀ ਜਿਹੜੇ ਹੈਗੇ ਆ ਦਾਣੇ ਚੁਗਦੇ ਆ, ਕਿਤੋਂ ਤਾਂਦਲਾ ਚੁਗਦੇ ਆ, ਕਿਤੋਂ ਕੁਛ ਚੁਗਦੇ ਆ, ਉਹ ਵੀ ਸਾਰੇ ਦਾ ਸਾਰਾ ਲਿਜਾ ਕੇ ਆਪਣੀਆਂ ਖੱਡਾਂ ਦੇ ਵਿੱਚ ਜਮ੍ਹਾਂ ਕਰਦੇ ਆ ਕਿ ਅਸੀਂ ਭੁੱਖੇ ਨਾ ਮਰ ਗਏ। ਔਰ ਉਹ ਵੀ ਜੇ ਕੀੜੇ ਤੇ ਜਾਨਵਰ ਵੀ ਜਿਹੜੇ ਹੈਗੇ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਹੈ, ਇੱਥੇ ਸ਼ਾਸਕ ਇੰਨੇ ਵੀ ਫਿਕਰਮੰਦ ਹੈ ਨਾ ਇਹਨਾਂ ਦਾ ਫਿਕਰ ਹੀ ਹੈ ਨਹੀਂ। ਸ਼ਾਸਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੰਨੀ ਵੱਡੀ ਮਹਾਮਾਰੀ ਦਾ ਮੁਕਾਬਲਾ ਕਰਨ ਚੱਲੇ, ਦਾਤੇ ਬਣ ਗਏ ਜੀ। ਕਹਿੰਦੇ ਜੀ ਲੈ ਲਓ ਜੀ ਨੇ ਵੈਕਸੀਨ ਲੈਣੀ, ਅਸੀਂ ਵੈਕਸੀਨ ਦੇਣ ਨੂੰ ਤਿਆਰ ਹਾਂ, ਲੈ ਲਓ ਜੀ ਸਾਥੋਂ ਵੈਂਟੀਲੇਟਰ, ਅਸੀਂ ਵੈਂਟੀਲੇਟਰ ਦੇ, ਲੈ ਲਓ ਜੀ ਕਲੋਰੋਕੁਈਨ ਜਿਹੜੀ ਅਸੀਂ ਉਹ ਵੀ ਤੁਹਾਨੂੰ ਦੇ ਦਿੰਦੇ, ਸਾਰਾ ਕੁਝ ਹੀ ਦੇਤਾ ਜੀ, ਸਾਨੂੰ ਕੋਈ ਲੋੜ ਨਹੀਂ। ਜੇ ਤੁਹਾਨੂੰ ਕੋਈ ਪੇਸ਼ਕਸ਼ ਕਰਦਾ ਤੇ ਅੱਜ ਹਾਲਤ ਕੀ ਬਣੀ ਹੋਈ ਹੈ ਜੀ? ਅੱਜ ਹਾਲਤ ਇਹ ਬਣੀ ਹੈ ਕਿ ਤੁਹਾਡੇ ਕੋਲੇ ਸੰਸਕਾਰ ਕਰਨ ਵਾਸਤੇ ਜਗ੍ਹਾ ਨਹੀਂ ਬਚੀ। ਬਿਲਕੁਲ ਜੀ, ਇੰਨੀ ਭਾੜੀ ਹਾਲਤ। ਸੋ ਜਿਹੜੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਿਹੜੀ ਤੋਏ ਹੋਈ ਹੈ, ਇਹ ਤਾਂ ਕਹਿੰਦੇ ਹੁੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ। ਜਿਹੜੇ ਮੋਦੀ ਸਾਹਿਬ ਅਮਰੀਕਾ ਦੇ ਵਿੱਚ ਜਾ ਕੇ, ਯੂਐਨਓ ਦੇ ਵਿੱਚ ਜਾ ਕੇ ਹਿੱਕ ਚੌੜੀ ਕਰਕੇ 56 ਇੰਚ ਕੀ ਛਾਤੀ ਜੀ, ਅਸਲ ਦੇ ਵਿੱਚ ਇਹ ਨਹੀਂ ਪਤਾ ਵੀ ਕਿਹੜੇ ਕਿਸਮ ਦੇ ਇਹਨਾਂ ਦੇ ਸਲੋਗਨ, ਇੱਕ ਨਵੇਂ ਦੇ ਕਿਸਮ ਦੇ ਸਲੋਗਨ ਜਿਹੜੇ ਹੈ ਉਹ ਸਿਰ ਤੇ 56 ਇੰਚ ਕੀ ਛਾਤੀ ਵਾਲੀ ਗੱਲ ਕਰ ਲਈ। ਕਿਸੇ ਵੀ ਤੁਸੀਂ ਜਾਣਾ ਦੇਸ਼ ਦੇ ਵਿੱਚ ਜਾਣਾ, ਸਰਕਾਰੀ ਦੌਰੇ ਤੇ ਜਾਂਦੇ ਹੋ, ਜਾ ਕੇ ਤੁਸੀਂ ਉੱਥੇ ਰੈਲੀਆਂ ਕਰਨ ਲੱਗ ਪੈਂਦੇ ਹੋ। ਤੁਸੀਂ ਅਮਰੀਕਾ ਦੇ ਵਿੱਚ ਜਾਂਦੇ ਹੋ, ਅਮਰੀਕਾ ਦੇ ਵਿੱਚ ਤੁਸੀਂ ਵੋਟਾਂ ਮੰਗਦੇ ਹੋ, ਉੱਥੇ ਵੋਟਾਂ ਤੁਸੀਂ ਟਰੰਪ ਵਾਸਤੇ ਮੰਗਦੇ ਹੋ। ਔਰ ਤੁਸੀਂ ਆਪਣੇ ਦੇਸ਼ ਦੇ ਵਿੱਚ ਤੁਹਾਡੇ ਕਰੋਨਾ ਵਰਗੇ ਹਾਲਾਤ ਬਣੇ ਵੀ ਹੈ ਤੇ ਤੁਸੀਂ ਇੱਕ ਬਹੁਤ ਵੱਡਾ ਸਟੇਡੀਅਮ ਬਣਾਉਣੇ ਹੋ ਜੀ ਅਹਿਮਦਾਬਾਦ ਦੇ ਵਿੱਚ। ਉਸ ਸਟੇਡੀਅਮ ਵਾਸਤੇ ਤੁਸੀਂ ਟਰੰਪ ਸਾਹਿਬ ਨੂੰ ਬੁਲਾਉਣੇ ਤੇ ਟਰੰਪ ਨੂੰ ਕਿਤੇ ਭਾਰਤ ਦੀ ਹਾਲਤ ਦਾ ਪਤਾ ਨਾ ਲੱਗ ਜੇ, ਵੱਡੀਆਂ ਕੰਧਾਂ ਕਢਾਉਣੇ ਵਿੱਚੋਂ ਝੁੱਗੀਆਂ ਝੋਂਪੜੀਆਂ ਵਾਲੀਆਂ ਨੂੰ ਪਤਾ ਨਾ ਲੱਗ ਜੇ। ਤੇ ਹੁਣ ਉਹਨਾਂ ਕੋਲੇ ਤਾਂ ਸੈਟੇਲਾਈਟ ਆ, ਹੁਣ ਦੱਸੋ ਕਿੱਥੋਂ ਲਗੋ ਲੋ? ਨਹੀਂ, ਉਹਨਾਂ ਨੂੰ ਕੋਲ ਸੈਟੇਲਾਈਟ ਨਹੀਂ। ਜਿਹੜਾ ਇੰਟਰਨੈਸ਼ਨਲ ਮੀਡੀਆ ਨੇ ਤੁਹਾਡੀ ਹਾਲਤ ਜਿਹੜੀ ਬੇਨਕਾਬ ਕਰਤੀ ਹੈ, ਇਹਦਾ ਕੀ ਤੁਹਾਡੇ ਕੋਲ ਜਵਾਬ? ਪਾਣੀ ਪੀਣ ਲਾ ਰੱਖਿਆ ਤੁਹਾਨੂੰ, ਤੁਹਾਡੇ ਕੋਲ ਜਵਾਬ ਕੀ ਹੈ? ਕੀ ਜਵਾਬ? ਅਸੀਂ ਕੀ ਕਹਾਂਗੇ? ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ, ਭਾਰਤ ਦੇ ਸਿਸਟਮ ਬਾਰੇ ਕੁਝ ਕਹੋ, ਸਿਸਟਮ ਬਾਰੇ ਕੁਝ ਕਹਿ ਦੇਣ, ਕਹਿੰਦੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਇਹ ਅਸਫਲਤਾ ਹੈ ਜੀ, ਕਿ ਉਹਦਾ ਜਿਹੜਾ ਘਮੰਡ ਹੈ, ਉਹਦੇ ਘਮੰਡ ਦੇ ਚੱਲਦੇ ਹੀ ਸਾਰਾ ਕੁਛ ਇਹਦਾ ਬੇੜਾ ਗਰਕ ਹੋਇਆ। ਘਮੰਡੀ ਹੋਣਾ ਇੱਕ ਬੰਦੇ ਨੂੰ ਇੰਨੀ ਗੱਲ ਕਹਿ ਦੇਣੀ। ਤੁਸੀਂ ਇਹ ਦੇਖੋ ਕਿ ਕਦੇ ਵੀ ਕੋਈ ਹਾਕਮ ਜਿਹੜਾ ਹੈਗਾ, ਇਹ ਕਹਿੰਦੇ ਹੁੰਦੇ ਹੈ ਕਿ ਜੈਸਾ ਰਾਜਾ ਵੈਸੀ ਪ੍ਰਜਾ। ਪ੍ਰਜਾ ਉਹੀ ਜੀ ਹੁੰਦੀ ਹੈ, ਕਹਿੰਦੇ ਪ੍ਰਜਾ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਪਰ ਜੇ ਰਾਜਾ ਪ੍ਰਜਾ ਨਾਲ ਵਿਤਕਰਾ ਕਰਦਾ ਜੀ ਫਿਰ ਹੁੰਦੀ ਹੈ। ਤੁਸੀਂ ਆਪ ਹੀ ਦੱਸਿਆ ਸੀ ਕਿ ਜਿਹੜੀ ਆ ਤੁਹਾਡੀ ਆਕਸੀਜਨ ਦੀ ਤਕਸੀਮ ਦੇ ਵੰਡ ਦੇ ਮਾਮਲੇ ਦੇ ਵਿੱਚ
ਪੰਜਾਬ ਨੂੰ ਇਗਨੋਰ ਕਰਤਾ। ਜਿੱਥੇ ਜਿਨ ਆਪੋਜੀਸ਼ਨ ਦੀਆਂ ਸਰਕਾਰਾਂ ਉਹ ਸਾਰਿਆਂ ਨੂੰ ਇਗਨੋਰ ਕੀਤਾ। ਆਪੋਜੀਸ਼ਨ ਦੀਆਂ, ਲੋਕ ਤਾਂ ਆਪੋਜੀਸ਼ਨ ਦੇ ਹੈ ਨਹੀਂ। ਤੁਹਾਨੂੰ ਵੀ ਤਾਂ ਵੋਟਾਂ ਪਾਈਆਂ ਕਿਸੇ ਨੇ ਪਾਈਆਂ, ਤੁਸੀਂ ਕੱਲ ਨੂੰ ਵੀ ਵੋਟਾਂ ਲੈਣੀਆਂ। ਤੁਸੀਂ ਲੋਕਾਂ ਨਾਲ ਦੁਸ਼ਮਣੀ ਕਿਉਂ ਪਕਾਉਣੀ ਜੀ? ਬਸ ਜੀ, ਪਰ ਇਹੀ ਘਟਨਾ ਜੀ, ਜੇ ਆਪਾਂ ਗੱਲ ਆਖੀਏ, ਜੋ ਆਪਾਂ ਗੱਲਾਂ ਕੀਤੀਆਂ, ਜਿਨ੍ਹਾਂ ਦੀ ਇਹਨਾਂ ਦੀ ਮਾਂ ਹੈਗੀ RSS, ਉਹ ਵੀ ਕਹਿੰਦੇ ਦੁਖੀ ਹੋਈ ਬੈਠੀ ਹੈ। ਬਿਲਕੁਲ ਜੀ, RSS, ਕਿਉਂਕਿ RSS ਦੀ ਜੇ ਆਪਾਂ ਸਥਿਤੀ ਦੇਖੀਏ, RSS 1925 'ਚ ਬਣਦੀ ਹੈ। 1925 ਤੋਂ ਬਣੀ ਹੋਈ RSS ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ, ਹਿੰਦੂ ਏਜੰਡਾ ਲਾਗੂ ਕਰਨ ਵਾਸਤੇ ਬੜੀ ਲੰਬੀ ਜਦੋਜਹਿਦ ਕਰਦੀ ਆ ਰਹੀ ਹੈ। RSS ਦੇ ਉੱਤੇ ਬੜੇ ਬੁਰੇ ਟਾਈਮ ਵੀ ਆਏ ਹੈ ਜੀ। 1948 ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਮਹਾਤਮਾ ਗਾਂਧੀ ਦਾ ਕਤਲ ਹੁੰਦਾ ਹੈ ਜੀ। ਕਤਲ ਉਹਨੂੰ ਕਰਨ ਵਾਲੇ ਹੈ ਨੱਥੂ ਰਾਮ ਗੌਡਸਾ, ਕੁਝ ਹੋਰ ਲੋਕ, ਔਰ ਨੱਥੂ ਰਾਮ ਗੌਡਸਾ RSS ਦਾ ਮੈਂਬਰ ਹੁੰਦਾ ਸੀ ਜੀ। ਹਾਲਾਂਕਿ ਜਦੋਂ ਮਹਾਤਮਾ ਗਾਂਧੀ ਨੂੰ ਕਤਲ ਕੀਤਾ, ਉਹ ਤੋਂ ਪਹਿਲਾਂ ਉਹਨੇ ਅਸਤੀਫਾ ਦਿੱਤਾ ਸੀ ਕਿ ਉਹਦੀ ਆਰਗੇਨਾਈਜੇਸ਼ਨ ਬਦਨਾਮ ਨਾ ਹੋਵੇ ਜੀ। ਆਪਣੀ ਆਰਗੇਨਾਈਜੇਸ਼ਨ ਪ੍ਰਤੀ ਉਹਦੀ ਪ੍ਰਤੀਬੱਧਤਾ ਕਿੰਨੀ ਸੀ। ਔਰ ਆਪਾਂ ਨੂੰ ਫਿਰ ਇਹ ਵੀ ਪਤਾ ਹੈ ਕਿ ਬਾਅਦ ਦੇ ਵਿੱਚ ਨੱਥੂ ਰਾਮ ਗੌਡਸੇ ਨੂੰ ਫਾਂਸੀ ਆ ਗਈ ਸੀ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2014 'ਚ ਜਿਹੜੀ ਸਰਕਾਰ ਬਣੀ ਹੈ, ਉਹ ਤੋਂ ਬਾਅਦ ਇਸ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇਹ ਮੂਵ ਵੀ ਚੱਲ ਪਈ ਸੀ ਕਿ ਨੱਥੂ ਰਾਮ ਗੌਡਸੇ ਦੇ ਮੰਦਿਰ ਬਣਾਏ ਜਾਣ। ਇੱਕ ਵੇਲੇ ਕਿ ਤੁਹਾਡੇ ਯਾਦ ਹੋਣਾ, ਕਿਸੇ ਸੂਬੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੀ। ਇੱਕ ਜਿਹੜੀ ਹੈਗੀ ਹੈ ਸਾਧਵੀ ਹੈ, ਉਹਨੇ ਇੱਕ ਨਕਲੀ ਜਿਹੜਾ ਹੈਗਾ, ਮਤਲਬ ਜਿਹੜਾ ਬੰਦਾ ਬਣਾਇਆ ਹੋਇਆ ਸੀ ਮਹਾਤਮਾ ਗਾਂਧੀ, ਉਹਦੇ ਗੋਲੀ ਮਾਰੀ 에ਅਰ ਪਿਸਟਲ ਤੇ ਗੋਲੀਆਂ ਮਾਰ ਕੇ ਕਿ ਹਾਂ ਵਾਰ-ਵਾਰ ਗਾਂਧੀ ਮਰਨਾ ਚਾਹੀਦਾ, ਜਿਹਨੂੰ ਰਾਸ਼ਟਰਪਿਤਾ ਕਿਹਾ ਗਿਆ, ਜਿਹਦੀਆਂ ਮਤਲਬ ਆਪਣੀਆਂ ਖੜਾਵਾਂ ਧਰ ਕੇ ਰਾਜ ਕਰ ਰਹੇ ਨਰਿੰਦਰ ਮੋਦੀ ਵਰਗੇ, ਉਹ ਵੀ ਸਾਰਾ ਕੁਝ ਕੀਤਾ। ਸੋ ਮੈਂ ਕਿ ਜਦੋਂ RSS ਦੀ ਗੱਲ ਕਰਦਾ, ਜਦੋਂ ਮਹਾਤਮਾ ਗਾਂਧੀ ਦਾ ਕਤਲ ਹੋਇਆ, ਉਦੋਂ RSS ਦੇ ਉੱਤੇ ਪਾਬੰਦੀ ਲੱਗ ਗਈ। ਔਰ ਪਾਬੰਦੀ ਲਾਈ ਕਿਹਨੇ ਸੀ? ਜਿਸ ਬੰਦੇ ਨੂੰ RSS ਵਾਲੇ ਜਾਂ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਹੈ ਕਿ ਜੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਥਾਂ ਦੇ ਉੱਤੇ ਕਿਤੇ ਪ੍ਰਧਾਨ ਮੰਤਰੀ ਬਣਾਇਆ ਹੁੰਦਾ ਸਰਦਾਰ ਪਟੇਲ ਨੂੰ, ਤੇ ਫਿਰ ਕਹਿੰਦੇ ਜਿਹੜੇ ਆ ਕਸ਼ਮੀਰ ਵਾਲਾ ਮਾਮਲਾ ਉਦੋਂ ਹੀ ਮੁੱਕ ਗਿਆ ਹੁੰਦਾ। ਤੇ ਇਹ ਉਹੀ ਸਰਦਾਰ ਪਟੇਲ ਸੀ, ਗ੍ਰਹਿ ਮੰਤਰੀ ਸੀ, ਜਿਹਨੇ RSS ਦੇ ਉੱਤੇ ਪਾਬੰਦੀ ਲਾਈ ਸੀ। ਉਹਨਾਂ ਵੇਲਿਆਂ ਦੇ ਜਿਹੜੇ ਪੁਰਾਣੇ ਬੰਦੇ ਹੁੰਦੇ ਸੀ, ਹੁਣ ਤਾਂ ਦੁਨੀਆ ਦੇ ਵਿੱਚ ਨਹੀਂ ਰਹੇ, ਬਚਪਨ ਤੋਂ ਕਿਉਂਕਿ ਵਾਹ ਉਹਨਾਂ ਨਾਲ ਪੈ ਗਿਆ ਸੀ, ਉਹ ਦੱਸਦੇ ਹੁੰਦੇ ਸੀ ਕਿ ਜੋ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ, ਉਹਦੇ ਕਤਲ ਤੋਂ ਬਾਅਦ ਜਦੋਂ ਪਾਬੰਦੀ ਲੱਗੀ ਸੀ RSS ਦੀ, ਤੇ ਰੇਲਵੇ ਸਟੇਸ਼ਨ ਦੇ ਲਾਗੇ ਵੱਡੇ ਵੱਡੇ ਡਰਮ ਰੱਖੇ ਹੁੰਦੇ ਸੀ ਕੂੜੇ ਵਾਲੇ। ਇਹ ਜਿਹੜੀਆਂ ਖਾਕੀ ਨਿਕਰਾਂ ਲਾ ਕੇ ਕੂੜੇ ਵਾਲੇ ਡਰਮਾਂ 'ਚ ਸਿੱਟਦੀਆਂ ਸੀ, ਤੜਕੇ ਨੂੰ ਡਰਮ ਭਰੇ ਪਏ ਸੀਗੇ। ਜਿਹੜੀ RSS ਨੇ ਇੰਨੀ ਜਦੋਜਹਿਦ ਕੀਤੀ, ਉਹਨਾਂ ਨੇ ਆਪਣੀ ਪਹਿਲਾਂ ਇੱਕ ਪੋਲੀਟੀਕਲ ਵਿੰਗ ਬਣਾਇਆ ਹਿੰਦੂ ਮਹਾਸਭਾ। ਹਿੰਦੂ ਮਹਾਸਭਾ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਆਪਣੀ ਪੋਲੀਟੀਕਲ ਪਾਰਟੀ ਬਣਾਈ, ਜਨਸੰਘ ਪਾਰਟੀ। ਜਨਸੰਘ ਪਾਰਟੀ ਦਾ ਪ੍ਰਧਾਨ ਬਣਾਇਆ ਉਹਨਾਂ ਨੇ ਮਿਸਟਰ ਮੁਖਰਜੀ ਜੀ, ਕੀ ਉਹਨਾਂ ਦਾ ਜਿਹੜੇ ਬੰਗਾਲ ਵਾਲੇ ਸੀਗੇ, ਸ਼ਿਆਮਾ ਪ੍ਰਸਾਦ ਮੁਖਰਜੀ। ਤੇ ਸ਼ਿਆਮਾ ਪ੍ਰਸਾਦ ਮੁਖਰਜੀ ਇੱਕ ਦੇਸ਼, ਇੱਕ ਵਿਧਾਨ, ਇੱਕ ਨਿਸ਼ਾਨ, ਇਹਦਾ ਸਲੋਗਨ ਲੈ ਕੇ ਉਹ ਚੱਲੇ ਹੋਏ ਸੀ ਕਿ ਜੇ ਅਸੀਂ ਕਸ਼ਮੀਰ ਨੂੰ ਜਿਹੜਾ ਹੈਗਾ ਮਰਜ ਕਰਨਾ ਤਾਂ ਸਾਨੂੰ ਕਰਨਾ ਪਊ। ਔਰ ਬੜੇ ਹੋਰ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਉਹ ਜਿਹੜੀ RSS 1925 'ਚ ਬਣੀ ਸੀ, ਜੇ ਅੱਜ ਭਾਰਤੀ ਜਨਤਾ ਪਾਰਟੀ ਦੀ ਹੁਕੂਮਤ ਬਣੀ ਹੈ, ਨਰਿੰਦਰ ਮੋਦੀ ਦੇ ਚਿਹਰੇ ਦੀ ਵਜ੍ਹਾ ਕਰਨੀ ਬਣੀ, ਉਹਦੇ ਪਿੱਛੇ ਇੱਕ ਉਹਨਾਂ ਦੀ ਬਹੁਤ ਵੱਡੀ ਜਦੋਜਹਿਦ ਜੀ। ਬਿਲਕੁਲ, ਜਿਹੜਾ ਕੁਛ ਇਹਨਾਂ ਨਰਿੰਦਰ ਮੋਦੀ ਨੂੰ ਤਾਂ ਪੱਕਿਆ ਪਕਾਇਆ ਮਿਲਿਆ, ਢਿੱਲੋਂ ਸਭ ਸਹੀ ਮੈਨੇਜ ਤਾਂ ਪੱਕਿਆ ਪਕਾਇਆ। ਉਹ ਤਾਂ ਗੱਲ ਇਹ ਹੈ ਕਿ ਗਲਤੀ ਕਰ ਬੈਠਾ ਅਟਲ ਬਿਹਾਰੀ ਵਾਜਪਾਈ, ਕਿਉਂਕਿ ਭਾਵੇਂ ਉਹ ਦੇਸ਼ ਦਾ ਗ੍ਰਹਿ ਮੰਤਰੀ ਬਣ ਗਿਆ ਸੀ, ਲੇਕਿਨ ਉਹ ਜੇ ਦੇਖੀਏ ਆਪਾਂ ਤਾਂ ਅਟਲ ਬਿਹਾਰੀ ਵਾਜਪਾਈ ਲਾਲ ਕ੍ਰਿਸ਼ਨ ਅਟਲ ਬਿਹਾਰੀ ਵਾਜਪਾਈ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ। ਅਟਲ ਬਿਹਾਰੀ ਵਾਜਪਾਈ ਦੇਸ਼ ਦਾ ਪ੍ਰਧਾਨ ਮੰਤਰੀ ਇਸ ਕਰਕੇ ਬਣਿਆ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਲਾਲ ਕ੍ਰਿਸ਼ਨ ਅਡਵਾਨੀ ਦੇ ਮੁਕਾਬਲੇ ਤੇ ਉਹਦਾ ਜਿਹੜਾ ਚਿਹਰਾ ਉਹ ਨਰਮ ਹੈ, ਸੈਕੂਲਰ ਹੈ। ਉਹ ਸੈਕੂਲਰ ਤਾਂ ਨਹੀਂ ਸੀਗਾ, ਪਰ ਮੰਨਿਆ ਜਾਂਦਾ ਮਤਲਬ ਵੀ ਉਹ ਜਿਹੜਾ ਹੈਗਾ ਉਹ ਨਰਮਪੰਥੀ ਹੈ, ਔਰ ਇਹਨੂੰ ਸਮਝਿਆ ਜਾਂਦਾ ਸੀ ਕੱਟੜਪੰਥੀ ਜੀ, ਕਿਉਂਕਿ ਦੋਨੋਂ ਸਮਕਾਲੀ ਹੈ, ਦੋਨੋਂ ਇੱਕੋ ਵੇਲੇ ਦੇ ਹੈ। ਜੇ ਆਪਾਂ ਦੇਖੀਏ ਜਿਹੜੀ ਭਾਰਤੀ ਜਨਤਾ ਪਾਰਟੀ ਬਣੀ ਹੈ, ਭਾਰਤੀ ਜਨਤਾ ਪਾਰਟੀ ਜਨਸੰਘ ਤੋਂ ਬਾਅਦ ਜਿਹੜੀ ਬਣਦੀ ਹੈ, ਇਹਦਾ ਜਿਹੜਾ ਵਾਨੀ ਪ੍ਰੈਜ਼ੀਡੈਂਟ ਤਾਂ ਲਾਲ ਕ੍ਰਿਸ਼ਨ ਅਡਵਾਨੀ ਸੀ। ਹਾਂਜੀ, ਜਦੋਂ ਇਹ ਪਤਾ ਲੱਗ ਗਿਆ ਕਿ ਹੁਣ ਵਾਜਪਾਈ ਜੀ ਤਾਂ ਬਿਮਾਰ ਹੋ ਗਏ ਤੇ ਵਾਜਪਾਈ ਬਿਮਾਰੀ ਚੋਂ ਛੇਤੀ ਕਿਤੇ ਨਿਕਲਣ ਵਾਲੇ ਨਹੀਂ, ਪ੍ਰਧਾਨ ਮੰਤਰੀ ਆਪਾਂ ਬਣ ਸਕਦੇ ਤੇ ਵੋਟਾਂ ਨਹੀਂ ਮਿਲੀਆਂ ਆਪਾਂ ਜੀ, ਜਿਹੜੀਆਂ ਦੂਜੇ ਭਾਈਚਾਰਿਆਂ ਦੀਆਂ ਵੋਟਾਂ ਲੈਣ ਵਾਸਤੇ, ਆਪਣੇ ਆਪ ਨੂੰ ਸੈਕੂਲਰ ਦਰਸਾਉਣ ਵਾਸਤੇ ਪਾਕਿਸਤਾਨ ਦੇ ਦੌਰੇ 'ਤੇ ਗਿਆ ਸੀ ਜੀ। ਉਦੋਂ ਮੁਹੰਮਦ ਅਲੀ ਜਿਨਾਹ ਦੇ ਮਕਬਰੇ ਤੇ ਵੀ ਗਿਆ, ਔਰ ਮੁਹੰਮਦ ਅਲੀ ਜਿਨਾਹ ਦੇ ਮਕਬਰੇ ਤੇ ਜਾ ਕੇ ਜਿਹੜੀ ਤਕਰੀਰ ਕੀਤੀ, ਉੱਥੇ ਉਹਨੇ ਕਿਹਾ ਸੀਗਾ ਕਿ ਇਹ ਬਹੁਤ ਸੈਕੂਲਰ ਆਦਮੀ ਸੀ ਜੀ। RSS ਨੂੰ ਇਹ ਚੀਜ਼ ਹਜ਼ਮ ਨਹੀਂ ਹੋਈ। RSS ਨੇ ਗੁਰੂ ਅਡਵਾਨੀ ਨੂੰ ਲਾਭੇ ਕਰਕੇ ਚੇਲੇ
ਮੋਦੀ ਨੂੰ ਕੱਢ ਲਿਆ ਜੀ ਕਿ ਮੋਦੀ ਜ਼ਿਆਦਾ ਕੱਟੜ ਹੈ, ਇਹ ਤਾਂ ਹੁਣ ਕੱਟੜਤਾ ਵਾਲੇ ਪਾਸੇ ਰਿਹਾ ਨਹੀਂ, ਇਹ ਸਾਡਾ ਕੰਮ ਕਰੂਗਾ 2014 ਦੇ ਲਈ, ਇਹਨੂੰ ਪ੍ਰਾਈਮ ਮਿਨਿਸਟਰ ਦਾ ਚਿਹਰਾ। ਲੇਕਿਨ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ, ਜਿਹੜਾ ਉਹਨਾਂ ਦਾ ਏਜੰਡਾ ਸੀ RSS ਦਾ, ਉਹ ਏਜੰਡਾ ਤਾਂ ਪਾਸੇ ਰਹਿ ਗਿਆ ਕਿ ਨਰਿੰਦਰ ਮੋਦੀ ਦਾ ਆਪਣਾ ਏਜੰਡਾ ਚੱਲ ਪਿਆ। ਉਹ ਏਜੰਡਾ ਸੀ ਕਾਰਪੋਰੇਟ ਘਰਾਣਿਆਂ ਨੂੰ ਗੱਫੇ ਦੇਣੇ ਜੀ, ਔਰ ਗੱਫੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ। ਜਿਹੜਾ ਉਹਨਾਂ ਦਾ ਕਾਡਰ ਬੇਸ ਸੀ, ਜੇ ਹੁਣ ਆਪਾਂ ਦੇਖੀਏ ਸ਼ੁਰੂ ਦੇ ਵਿੱਚ ਜਿਹੜੀ ਵੋਟ ਪਈ ਹੈ, ਕਿਹੜੀ ਵੋਟ ਪਈ ਹੈ ਭਾਰਤੀ ਜਨਤਾ ਪਾਰਟੀ ਨੂੰ? ਭਾਰਤੀ ਜਨਤਾ ਪਾਰਟੀ ਨੂੰ ਯੂਥ ਦੀ ਵੋਟ ਪਈ ਹੈ, ਭਾਰਤੀ ਜਨਤਾ ਪਾਰਟੀ ਨੂੰ ਬੈਕਵਰਡ ਕਲਾਸਿਸ ਦੀ ਵੋਟ ਪਈ ਹੈ, ਭਾਰਤੀ ਜਨਤਾ ਪਾਰਟੀ ਨੂੰ ਦਲਿਤ ਭਾਈਚਾਰੇ ਦੀ ਵੋਟ ਪਈ ਹੈ। ਇਹ ਵੋਟਾਂ ਜਿਹੜੀਆਂ ਪੰਜਾਬ ਨੂੰ ਛੱਡਦੀਆਂ, ਆਪਾਂ ਬਾਕੀ ਭਾਰਤ ਨੂੰ ਦੇਖੀ ਤਾਂ ਬਾਕੀ ਭਾਰਤ ਦੇ ਵਿੱਚ ਇਹ ਵੋਟਾਂ ਪਈਆਂ ਸੀ। ਲੇਕਿਨ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਹੁਣ ਨੀਤੀਆਂ, ਉਹ ਨੀਤੀਆਂ ਜਿਹੜੀਆਂ ਹੈਗੀਆਂ ਸਾਰੀਆਂ ਹੀ ਇਹਨਾਂ ਫਿਰਕਿਆਂ ਦੇ ਖਿਲਾਫ ਜੀ। ਇਹਨਾਂ ਫਿਰਕਿਆਂ ਦੇ ਖਿਲਾਫ ਹੋਣ ਕਰਕੇ ਲੋਕ ਜਿਹੜੇ ਹੈਗੇ ਆ ਬੜੀ ਤੇਜ਼ੀ ਦੇ ਨਾਲ ਪਾਸੇ ਜਾ ਰਹੇ। ਤੁਸੀਂ ਉਹਨੇ ਦੇਖੋ ਕਿ ਕਦੇ ਹੈਸ਼ਟੈਗ ਚੱਲਦੇ ਹੁੰਦੇ ਸੀ ਨਾ, ਨਰਿੰਦਰ ਮੋਦੀ ਬਾਰੇ ਆਪਾਂ ਸੋਚਿਆ ਸੀ ਉਦੋਂ ਜਦੋਂ 2002 ਦੇ ਵਿੱਚ ਮੁਸਲਿਮ ਕਤਲੇਆਮ ਹੋਇਆ ਸੀ, ਬਹੁਤ ਬੁਰੀ ਤਰ੍ਹਾਂ ਮੋਦੀ ਜੀ ਬਦਨਾਮ ਹੋ ਗਈ ਸੀ, ਵਿਦੇਸ਼ਾਂ ਨੇ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਤਾਕੀਦ ਨਸੀਹਤ ਦਿੱਤੀ ਸੀ ਕਿ ਰਾਜ ਧਰਮ ਨਿਭਾਉਣਾ ਸਿੱਖੋ। ਉਦੋਂ ਵੀ ਇਹ ਕੁਛ ਨਹੀਂ ਹੋਇਆ ਸੀ, ਤੇ ਜੇ ਅੱਜ ਇਹ ਐਡੀ ਵੱਡੀ ਬੇਚੈਨੀ ਹੈ, ਇਹਨੂੰ ਫਿਰ ਨੋਟ RSS ਨੇ ਵੀ ਕੀਤਾ। RSS ਨੇ ਵੀ ਨੋਟ ਕੀਤਾ ਕਿ ਜਿਹੜੇ ਬੰਦੇ ਨੂੰ ਅਸੀਂ ਇੱਥੋਂ ਤੱਕ ਲੈ ਕੇ ਗਏ ਸੀ ਤਾਂ ਸਾਡੀਆਂ ਜੜ੍ਹਾਂ 'ਚ ਤੇਲ ਦੇ ਰਹੇ ਜੀ। ਇਹ ਨਾ ਹੋਵੇ ਕਿਤੇ ਕਿ ਸਾਡੀ ਹਾਲਤ ਵੀ ਉਹੀ ਜਿਹੀ ਹੋਏ ਜਿਹੇ ਜੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਕੀਤੀ ਹੋਊਗੀ, ਕਿਉਂਕਿ ਅਕਾਲੀ ਦਲ ਨੂੰ ਜੇ ਦੇਖੀ ਤਾਂ ਅਕਾਲੀ ਦਲ 1920 'ਚ ਪੈਦਾ ਹੁੰਦਾ ਹੈ ਜੀ, RSS 1925 'ਚ ਪੈਦਾ ਹੁੰਦੀ ਹੈ। ਅਕਾਲੀ ਦਲ ਦਾ ਜਿਹੜਾ ਹੈਗਾ, ਜੋ ਆਪਾਂ ਦੇਖਿਆ ਬੁਰਾ ਹਾਲ, ਉਹ 5 ਸਾਲ ਪਹਿਲਾਂ 4 ਸਾਲ ਪਹਿਲਾਂ ਹੋ ਗਿਆ ਸੀ। ਇਹ ਚੀਜ਼ ਹੁਣ RSS ਨੂੰ ਵੀ ਸਤਾਉਂਦੀ ਹੈ ਕਿ ਸਾਡਾ ਹਾਲ ਵੀ ਕਿਤੇ ਉਹੀ ਨਾ ਹੋ ਜੇ। ਇਸੇ ਕਰਕੇ RSS ਅੰਦਰੋਂ ਅੰਦਰੀ ਦੁਖੀ ਹੈ। ਪਹਿਲਾਂ ਇਹ ਜਿਹੜੀ ਹੈਗੀ ਹੈ ਧੂੰਆਂ ਬਾਹਰ ਨਹੀਂ ਨਿਕਲਦਾ ਸੀ, ਪਰ ਹੁਣ ਨਿਕਲਣ ਲੱਗਾ, ਅਖਬਾਰਾਂ 'ਚ ਖਬਰਾਂ ਲੱਗਣ ਲੱਗ ਗਈਆਂ ਕਿ ਮੋਦੀ ਸਾਹਿਬ ਦੇ ਨਜ਼ਰੀਏ ਤੋਂ RSS ਵੀ ਖਫਾ ਹੈ। ਇਹਦਾ ਮਤਲਬ ਕੁਛ ਫੇਰ ਬਦਲ ਦੀਆਂ ਉਮੀਦਾਂ ਹੋ ਸਕਦੀਆਂ, ਇੰਨਾ ਦਮ ਹੈ RSS 'ਚ? ਵੈਸੇ ਆਪਾਂ ਗੱਲ ਹੀ ਕਰ ਲੈਨੇ ਆ, ਜਿਹੜੀਆਂ ਹੁਣ 2 ਤਾਰੀਖ ਨੂੰ ਰਿਜ਼ਲਟ ਆਉਣੀ ਜੀ 5 ਸੂਬਿਆਂ ਦੇ, ਉਹ ਜਿਹੜੇ ਰਿਜ਼ਲਟ ਆਉਂਦੇ ਆ, ਉਹਨਾਂ ਰਿਜ਼ਲਟਾਂ ਤੇ ਬਹੁਤ ਕੁਛ ਨਿਰਭਰ ਹੈ ਜੀ। ਜਿਹੜੀ ਅੱਜ ਦੀਆਂ ਖਬਰਾਂ ਪ੍ਰਮੁੱਖ ਤੌਰ ਤੇ ਉੱਤੇ ਲੱਗੀਆਂ ਵੀ ਹੈ, ਉਹ ਇਹਨਾਂ ਨੂੰ ਲੈ ਕੇ ਇੱਕ ਐਗਜ਼ਿਟ ਪੋਲਾਂ ਨੂੰ, ਕਿਉਂਕਿ ਕੱਲ ਜਿਹੜੀ ਹੈਗੀ ਹੈ 35 ਸੀਟਾਂ ਵਾਸਤੇ ਜਿਹੜੀ 8ਵੇਂ ਪੜਾਅ ਦੀ ਪੋਲਿੰਗ ਹੈ, ਉਹ ਬੰਗਾਲ 'ਚ ਸਮਾਪਤ ਹੋ ਗਈ। ਐਗਜ਼ਿਟ ਪੋਲ ਵੀ ਆ ਗਏ। ਜਿਹੜੇ ਐਗਜ਼ਿਟ ਪੋਲ ਹੈ, ਐਗਜ਼ਿਟ ਪੋਲ ਦੇ ਵਿੱਚ ਸਪਸ਼ਟ ਕੀਤਾ ਹੋਇਆ ਉਹਨਾਂ ਨੇ ਕਿ ਕੇਰਲਾ ਦੇ ਵਿੱਚ ਲੈਫਟ ਫਰੰਟ ਦੁਬਾਰਾ ਫੇਰ ਆ ਰਹੇ। ਉਹਦਾ ਕਲੀਅਰ ਹੈ, ਉਹ ਕਲੀਅਰ ਹੈ। ਉੱਥੇ ਭਾਰਤੀ ਜਨਤਾ ਪਾਰਟੀ ਦੀ ਹਾਲਤ ਇਹ ਹੈ ਕਿ ਪਿਛਲੀ ਵਾਰੀ ਭਾਰਤੀ ਜਨਤਾ ਪਾਰਟੀ ਕੋਲ 1 ਸੀਟ ਸੀ, ਐਤਕੀ ਉਹਨਾਂ ਨੇ ਮੈਟਰੋ ਮੈਨ ਨੂੰ ਮੂਹਰੇ ਲੈ ਆਂਦਾ ਸੀ ਕਿ ਮੈਟਰੋ ਮੈਨ ਆਊਗਾ ਤੇ ਮੈਟਰੋ ਮੈਨ ਦੇ ਨਾਂ ਦੇ ਉੱਤੇ ਆ ਕੇ ਅਸੀਂ ਜਿਹੜੀ ਹੈਗੀ ਕੁਛ ਨਾ ਕੁਛ ਆਪਣੀ ਪੋਜੀਸ਼ਨ ਇੰਪਰੂਵ ਕਰਾਂਗੇ। ਮੈਟਰੋ ਮੈਨ ਜਿਹੜਾ ਬੰਦੇ ਨੇ ਮੈਟਰੋ ਚਲਾਤੀ ਦਿੱਲੀ ਦੇ ਵਿੱਚ, ਉਹਨੂੰ ਭੇਜਤਾ ਕੇਰਲਾ ਦੇ ਵਿੱਚ। ਬਜ਼ੁਰਗ ਆਦਮੀ ਹੈ ਤੇ ਕੇਰਲਾ ਦਾ ਤੁਸੀਂ ਵੇਖਿਆ ਹੈ, ਤੁਸੀਂ ਗਏ ਹੋਗੇ ਕੇਰਲਾ ਦੇ ਵਿੱਚ। ਕੇਰਲਾ ਦੇ ਜਿਹੜੇ ਉਬੜ ਖਬੜੇ ਰਾਹ ਹੈ, ਉੱਥੇ ਕਾਰਾਂ ਤਾਂ ਚੱਲ ਹੀ ਨਹੀਂ ਸਕਦੀਆਂ, ਭੀੜੀਆਂ ਡੰਡੀਆਂ ਜੀ। ਉੱਥੇ ਦਾ ਸਾਈਕਲ ਚੱਲਦਾ, ਮੈਟਰੋ ਮੈਨ ਨੂੰ ਸਾਈਕਲ ਤੇ ਲੈ ਆਂਦਾ। ਤੇ ਹੁਣ ਮੇਰਾ ਖਿਆਲ ਆ ਵੀ ਸਾਈਕਲ ਵੀ ਉਹਦੇ ਕੋਲੇ ਨਹੀਂ ਰਹਿਣਾ, ਕਿਉਂਕਿ ਅੱਜ ਮੈਂ ਜਿਹੜੀਆਂ ਰਿਪੋਰਟਾਂ ਦੇਖ ਰਹੇ ਹਾਂ ਜੀ, ਉਹਦੇ ਵਿੱਚੋਂ ਕਹਿੰਦੇ ਕਿ ਮੈਟਰੋ ਮੈਨ ਜਿਹੜੀ ਸੀਟ ਤੋਂ ਆਪ ਖੜਾ, ਉੱਥੇ ਵੀ ਉਹਦੀ ਪੋਜੀਸ਼ਨ ਚੰਗੀ ਨਹੀਂ ਹੈ, ਉਹ ਵੀ ਇੱਥੋਂ ਲੁਟਕ ਰਿਹਾ। ਤੇ ਇਹ ਸਰਵੇਖਣ ਦੇ ਵਿੱਚ ਕਿਹਾ ਕਿ ਪਿਛਲੀ ਵਾਰੀ 1 ਸੀਟ 'ਚ ਪੂਰਾ ਜ਼ੋਰ ਲਾ ਕੇ ਜੇ 3 ਸੀਟਾਂ ਆ ਜਾਣ ਤਾਂ ਬਹੁਤ ਵੱਡੀ ਗੱਲ ਹੈ। ਜੇ ਆਪਾਂ ਕੇਰਲਾ ਦਾ ਇਤਿਹਾਸ ਦੇਖੀ ਤਾਂ ਕੇਰਲਾ ਦਾ ਇਤਿਹਾਸ ਇਹ ਕਿ ਇੱਕ ਵਾਰੀ ਉੱਥੇ NDF ਆਉਂਦਾ ਹੈ, ਲੈਫਟ ਡੈਮੋਕ੍ਰੈਟਿਕ ਫਰੰਟ, ਤੇ ਦੂਜੇ ਵਾਰੀ ਜਿਹੜਾ ਹੈਗਾ UDF ਆਉਂਦਾ ਹੈ, ਯੂਨਾਈਟਿਡ ਡੈਮੋਕ੍ਰੈਟਿਕ ਫਰੰਟ, ਕਾਂਗਰਸ ਦਾ। ਇੱਕ ਕਾਂਗਰਸ ਦੀ ਅਗਵਾਈ ਵਾਲਾ ਫਰੰਟ ਹੈ, ਇੱਕ ਜਿਹੜਾ ਹੈਗਾ ਕਾਮਰੇਡਾਂ ਦੀ ਅਗਵਾਈ ਵਾਲਾ ਫਰੰਟ ਹੈ। ਇਹ ਪਹਿਲਾ ਮੌਕਾ ਕਿ ਐਤਕੀ ਕਾਮਰੇਡ ਜਿਹੜੇ ਹੈਗੇ ਰਿਪੀਟ ਕਰ ਰਹੇ ਹੈ, ਦੂਜੀ ਵਾਰੀ ਆ ਰਹੇ ਹੈ। ਤੇ ਕੇਰਲਾ ਦੀ ਹਾਲਤ ਹੈ, ਜਿੱਥੋਂ ਤੱਕ ਤਾਮਿਲਨਾਡੂ ਦੀ ਸਥਿਤੀ ਹੈ, ਤਾਮਿਲਨਾਡੂ ਦੀ ਸਥਿਤੀ ਤਾਂ ਇੰਨੀ ਭਿਆਨਕ ਹੋ ਗਈ ਕਿ ਉੱਥੇ ਮੁੱਖ ਤੌਰ 'ਤੇ ਤਾਮਿਲਨਾਡੂ ਦੇ ਵਿੱਚ 2 ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ, ਦੋਨੇ ਹੀ ਦਰਾਵੜ ਪਾਰਟੀਆਂ, ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਸਿੱਖਾਂ ਦੀਆਂ, ਉੱਥੇ ਦਰਾਵੜਾਂ ਦੀਆਂ ਪਾਰਟੀਆਂ ਦੋਨਾਂ, ਇੱਕ DMK ਤੇ ਇੱਕ ਅੰਨਾ DMK। ਅੰਨਾ DMK ਦੇ ਨਾਲ ਸਮਝੌਤਾ ਹੈ ਭਾਰਤੀ ਜਨਤਾ ਪਾਰਟੀ ਦਾ। DMK ਦੇ ਨਾਲ ਕਾਂਗਰਸ ਵੀ ਲੱਗੀ ਹੋਈ ਹੈ ਤੇ ਉਹਦੇ ਨਾਲ ਖੱਬੀਆਂ ਪਾਰਟੀਆਂ ਵੀ ਲੱਗੀਆਂ ਹੋਈਆਂ। ਉੱਥੇ ਦੀ ਜਿਹੜੀ ਹੈਗੀ ਹੈ ਜੋ ਰਿਪੋਰਟ, ਸਰਵੇ ਰਿਪੋਰਟ ਕਹਿੰਦੀ ਹੈ, ਲਗਭਗ ਸਾਰੇ ਸਰਵੇਖਣ ਇਹ ਗੱਲ ਕਹਿੰਦੇ ਹੈ। ਥੋੜਾ ਜਿਹਾ ਆਪਣੇ ਲਿਸਨਰਸ ਨੂੰ ਦੱਸੋ ਵੀ ਕਿਹੜੇ ਉੱਥੋਂ ਦੇ ਲੀਡਰ, ਕਿਹੜਾ ਕਿਹਦੇ ਨਾਲ ਆ, ਕਿਹੜਾ ਕਿਹਦੇ ਨਾਲ ਆ? ਹਾਂ, ਉਹਦੇ 'ਚ ਇਹ 2 ਕਿਸਮ ਦੀ ਹੀ ਮੈਂ ਗੱਲ ਦੱਸਾਂ। ਜਿਹੜੀ DMK ਹੈ, DMK ਦਾ ਲੀਡਰ, ਜਿਹੜਾ ਵੱਡਾ ਲੀਡਰ, ਉਹਦਾ ਨਾਂ ਹੁੰਦਾ ਸੀ ਕਰੁਣਾਨਿਧੀ। ਜੇ DMK ਨੂੰ ਆਪਾਂ ਪਛਾਣ ਚੱਲੀਏ, ਪਹਿਲਾਂ ਇੱਕੋ ਹੀ DMK ਹੁੰਦੀ ਸੀ। DMK ਦਾ ਜਿਹੜਾ ਸਭ ਤੋਂ ਪਹਿਲਾਂ ਸੀ ਅੰਨਾ ਦੁਰਈ, ਉਹਦਾ ਇੱਕ ਬਹੁਤ ਵੱਡਾ ਲੀਡਰ ਸੀ, ਜਿਹੜਾ ਦਾ ਫਾਊਂਡਰ ਸੀ।
ਅੰਨਾ ਦੁਰਾਈ ਤੋਂ ਬਾਅਦ ਫਿਰ ਜਿਹੜੀ ਹੈਗੀ ਹੈ ਦੋ ਹਿੱਸਿਆਂ ਦੇ ਵਿੱਚ DMK ਵੰਡੀ ਗਈ। ਇੱਕ ਦਾ ਲੀਡਰ ਬਣ ਗਿਆ MG ਰਾਮਾਚੰਦਰ ਜੀ ਦੀ ਉਹ ਆਪਣੀ ਜਿਹਦੇ ਨਾਲ ਮਤਲਬ ਉਹਦੀ ਮਿੱਤਰਤਾ ਸੀ ਜੈ ਲਲਿਤਾ ਦੀ, ਉਹ MG ਰਾਮਾਚੰਦਰ ਬਣ ਗਿਆ। ਦੂਜੇ ਪਾਸੇ ਬਣ ਗਿਆ ਕਰੁਣਾਨਿਧੀ। ਔਰ ਇਹ ਜਿਹੜੀਆਂ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ, ਜਿਹੜੀਆਂ DMK ਵਾਲੀਆਂ ਪਾਰਟੀਆਂ, ਇਹ ਦੋਨੇ DMK ਜਿਹੜੀ ਹੈਗੀ ਉਹ ਨਾਸਤਕ ਪਾਰਟੀ, ਨਾਸਤਕ ਨੇ ਦੋਨੇ ਨਾਸਤਕ, ਉਹਨਾਂ ਦਾ ਕੋਈ ਹੈ ਨਹੀਂ ਵਿਸ਼ਵਾਸ। ਉਹਨਾਂ ਦੀ ਸਿਰਫ ਦਰਾਵੜ ਦੇ ਵਿੱਚ ਆਪਣੇ ਦਰਾਵੜ ਭਾਈਚਾਰੇ ਦੇ ਹੈ, ਕਿਉਂਕਿ ਪੁਰਾਣੇ ਸਾਡੇ ਭਾਰਤੀ ਜਿਹੜੇ ਮੂਲ ਰੂਪੀ ਜਿਹੜੇ ਮੂਲ ਨਿਵਾਸੀ ਆ ਉਹ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ। ਸੋ ਜਦੋਂ MG ਰਾਮਾਚੰਦਰ ਮਰ ਗਿਆ ਤਾਂ MG ਰਾਮਾਚੰਦਰ ਦੀ ਵਾਰਸ ਬਣ ਗਈ ਜੈ ਲਲਿਤਾ ਜੀ। ਜੈ ਲਲਿਤਾ ਅੰਨਾ DMK ਦੀ ਲੀਡਰ ਹੁੰਦੀ ਸੀ। ਫਿਰ ਜੈ ਲਲਿਤਾ ਜਦੋਂ ਲੀਡਰ ਹੁੰਦੀ ਸੀ, ਮੁੱਖ ਮੰਤਰੀ ਹੁੰਦੀ ਸੀ, ਉਦੋਂ ਉਹਦੇ ਤੇ ਕਰਪਸ਼ਨ ਦੇ ਇਲਜ਼ਾਮ ਲੱਗ ਗਏ ਹਨ। ਰੇਡਾਂ ਹੋਈਆਂ ਬਹੁਤ ਸਾਰਾ ਉਹਦੇ ਤੇ ਮਤਲਬ ਪਤਾ ਵੀ ਉਹਨੇ ਕਰਪਸ਼ਨ ਜਿਹੜੀ ਹੈ ਨਾਲ ਪੈਸਾ ਕਮਾਇਆ। ਉਹਦੀਆਂ ਜੋ ਤਲਾਸ਼ੀਆਂ ਲਈਆਂ, ਘਰਾਂ ਦੀਆਂ ਜੁੱਤੀਆਂ ਨਿਕਲੀਆਂ, ਸਾੜੀਆਂ ਨਿਕਲੀਆਂ, ਬੜਾ ਕੁਛ ਨਿਕਲਿਆ ਸੀ। ਇੱਕ ਉਹਦੀ ਫਰੈਂਡ ਹੁੰਦੀ ਸੀ ਸ਼ਸ਼ੀ ਕਲਾ, ਜਿਹਦੇ ਬਾਰੇ ਸਮਝਿਆ ਜਾਂਦਾ ਸੀ ਕਿ ਇਹ ਉਹਦੀ ਵਾਰਸ ਬਣੂਗੀ। ਲੇਕਿਨ ਜੈ ਲਲਿਤਾ ਨੂੰ ਜਦੋਂ ਜੇਲ੍ਹ ਹੋ ਗਈ, ਜੇਲ੍ਹ ਹੋਣ ਤੋਂ ਬਾਅਦ ਉਹਦੀ ਜ਼ਮਾਨਤ ਵੀ ਹੋ ਗਈ, ਬਾਹਰ ਆ ਗਈ, ਬਿਮਾਰ ਹੋ ਗਈ ਤੇ ਉਹਦੀ ਮੌਤ ਹੋ ਗਈ। ਸ਼ਸ਼ੀ ਕਲਾ ਨੂੰ ਜੇਲ੍ਹ ਕੱਟਣੀ ਪਈ, ਇਸ ਕਰਕੇ ਸ਼ਸ਼ੀ ਕਲਾ ਤਾਂ ਹੁਣ ਕੈਦ ਕੱਟ ਕੇ ਆਈ, ਉਹਦਾ ਇਲੈਕਸ਼ਨ ਲੜ ਨਹੀਂ ਸਕਦੀ ਸੀ। ਦੂਜੇ ਪਾਸੇ ਉੱਥੇ ਜਿਹੜਾ ਹੈਗਾ ਮਿਸਟਰ ਪਨੀਲ ਸਾਮੀ, ਉਹ ਜਿਹੜਾ ਉਹਨਾਂ ਦਾ ਲੀਡਰ ਹੈ। ਉਹਨਾਂ ਦੇ ਵੀ ਦੋ ਟੁਕੜੇ ਹੋ ਗਏ ਸੀ, ਇੱਕ ਸ਼ਸ਼ੀ ਕਲਾ ਵਾਲਾ ਹੋ ਗਿਆ ਸੀ, ਇੱਕ ਉਹਦੇ ਵਾਲਾ ਹੋ ਗਿਆ ਸੀ। ਪਰ ਉਹ ਇਹ ਵੀ ਉਹ ਜੰਮ ਗਿਆ ਅਖੀਰ, ਜਿਹੜਾ ਪਨੀਲ ਸਾਮੀ ਸੀਗਾ ਉਹ ਜੰਮ ਗਿਆ। ਭਾਰਤੀ ਜਨਤਾ ਪਾਰਟੀ ਦਾ ਲਿੰਕ ਉਹਦੇ ਨਾਲ ਉਹਨਾਂ ਦੀ। ਇਧਰਲੇ ਪਾਸੇ ਜਿਹੜਾ ਹੈਗਾ ਕਰੁਣਾਨਿਧੀ ਦੀ ਮੌਤ ਹੋ ਗਈ। ਕਰੁਣਾਨਿਧੀ ਦੇ ਜਿਹੜੇ ਪੁੱਤ ਹੈ, ਉਹਦਾ ਪੁੱਤ ਹੈ ਇੱਕ MK ਸਟਾਲਿਨ, ਜਿਹਨੂੰ ਉਹਨੇ ਜਿਉਂਦੇ ਜੀ ਆਪਣਾ ਵਾਰਸ ਡਿਕਲੇਅਰ ਕਰਤਾ ਸੀ। ਔਰ ਉਹ ਬੰਦੇ ਦਾ ਕੰਟਰੋਲ ਆਪਦੀ ਪਾਰਟੀ ਤੇ ਪੂਰਾ ਹੋ ਗਿਆ। ਹੁਣ DMK ਜਿਹੜਾ MK ਸਟਾਲਿਨ ਦੀ ਪਾਰਟੀ ਦਾ ਸਮਝੌਤਾ ਕਾਂਗਰਸ ਨਾਲ ਹੈ, ਔਰ ਉਹਦਾ ਨਾਲ ਹੈਗਾ ਖੱਬੀਆਂ ਪਾਰਟੀਆਂ ਨਾਲ। ਇਹ ਸਮਝੌਤਾ ਉਹਨੇ ਕਿ ਜਿਹੜੀ ਵਿਰੋਧੀ ਧਿਰ ਦੀ ਵੋਟ ਵੰਡੀ ਨਾ ਜਾਵੇ। ਜਿਹੜਾ ਹੁਣ ਸਰਵੇਖਣ ਹੈ, ਸਾਰੇ ਸਰਵੇਖਣ ਇਹ ਕਹਿੰਦੇ ਆ ਕਿ ਜੀ ਉੱਥੇ ਹੂੰਜਾ ਫੇਰ ਜਿੱਤ ਪ੍ਰਾਪਤ ਕੀਤੀ ਜਾ ਰਹੀ ਹੈ ਇਸ ਫਰੰਟ ਵੱਲੋਂ, ਸਟਾਲਿਨ ਦੇ ਫਰੰਟ ਵੱਲੋਂ, DMK ਵੱਲੋਂ। ਔਰ ਇਹ ਜਿਹੜੀ ਹੂੰਜਾ ਫੇਰ ਜਿੱਤ ਹੈ, ਉਹਦੇ ਵਿੱਚ ਕਹਿੰਦੇ ਕੀ ਆ ਰਿਹਾ ਰਿਜ਼ਲਟ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ, 2/3 ਬਹੁਮਤ। ਸੋ ਤਾਮਿਲਨਾਡੂ ਦੇ ਪੂਰਨ ਬਹੁਮਤ ਤੋਂ ਵੀ ਜ਼ਿਆਦਾ 2/3 ਬਹੁਮਤ ਹੋ ਗਿਆ। ਉਹ ਜਿਹੜਾ 2/3 ਬਹੁਮਤ ਹੈ ਤਾਂ ਤੱਪੜ ਰੁਲ ਗਏ ਉੱਥੇ, BJP ਦੇ ਵੀ ਰੁਲ ਗਏ ਤੇ ਅੰਨਾ DMK ਦੇ ਵੀ ਰੁਲ ਗਏ। ਫਿਰ ਆ ਗਈ ਤੁਹਾਡੀ ਪੂੰਡੀਚੇਰੀ ਯੂਨੀਅਨ ਟੈਰੀਟਰੀ ਹੈ। ਉਹਦੀ ਤਾਂ ਹਾਲਤ ਹੈ ਜਿਵੇਂ ਚੰਡੀਗੜ੍ਹ ਤੇ ਦਿੱਲੀ ਵਾਲੀ ਹਾਲਤ ਹੈ। ਉਹ ਕੋਈ ਬਹੁਤੀ ਮੈਨੇ ਨਹੀਂ ਰੱਖਦੀ ਉੱਥੇ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਦਲ ਬਦਲੀਆਂ ਵਗੈਰਾ ਕਾਫੀ ਕਰਵਾਤੀਆਂ ਸੀ। ਉਹ BJP ਨੂੰ ਜਾ ਰਹੀ ਹੈ। ਰਹਿ ਗਿਆ ਅੱਗੇ ਅਸਾਮ ਦੇ ਵਿੱਚ BJP ਦੀ ਸਰਕਾਰ ਹੈ, ਲੇਕਿਨ BJP ਦੀ ਸਰਕਾਰ ਨੂੰ ਕੁਛ ਚੈਨਲ ਕਹਿੰਦੇ ਆ ਕਿ ਦੁਬਾਰਾ ਰਿਪੀਟ ਕਰੂਗੀ। ਇਹ ਰਿਪੀਟ ਕਰਨ ਦੀ ਗੱਲ ਕਰਦੇ ਤੇ ਇਹ ਨਾਲ ਵੀ ਕਹਿ ਰਹੇ ਆ ਕਿ ਕਾਂਗਰਸ ਦੀ ਵੋਟ ਆ ਜਿਹੜੀ ਪਹਿਲਾਂ ਨਾਲੋਂ ਉੱਥੇ ਵਧੂਗੀ। ਜੇ ਕਾਂਗਰਸ ਦੀ ਵੋਟ ਵੱਧਦੀ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਐਗਜ਼ਿਟ ਪੋਲ ਹੈ, ਐਗਜ਼ਿਟ ਪੋਲ ਨੂੰ ਆਪਾਂ ਹੂਬਹੂ ਠੀਕ ਨਹੀਂ ਮੰਨ ਸਕਦੇ। ਇਹ ਕਈ ਵਾਰੀ ਐਗਜ਼ਿਟ ਪੋਲ ਕੁਛ ਹੋਰ ਹੁੰਦਾ ਹੈ, ਇਹਨਾਂ ਨੇ ਹੋਰ ਦਿੱਤੇ ਹੁੰਦੇ, ਕਿਉਂਕਿ ਐਗਜ਼ਿਟ ਪੋਲ ਹੁੰਦਾ ਕਿ ਜਿਹੜੇ ਲੋਕ ਬਾਹਰ ਨਿਕਲਦੇ ਹੈ ਉਹਨਾਂ ਨੂੰ ਪੁੱਛੋ, ਉਹਨਾਂ ਦਾ ਜਿਹੜਾ ਸੈਂਪਲ ਸਰਵੇ ਹੈ, ਸਰਵੇ ਸੈਂਪਲ ਕਿੱਡਾ ਕੁ ਵੱਡਾ ਹੁੰਦਾ ਹੈ। ਇੱਕ ਹਲਕੇ ਦੇ ਵਿੱਚੋਂ 200 300 400 2000 5000 ਬੰਦੇ ਨੂੰ ਪੁੱਛ ਲੈਣਗੇ ਤੇ ਉਹਨਾਂ 5000 ਦੀ ਜਿਹੜੀ ਰਾਏ ਉਹ ਸਾਰਿਆਂ ਤੇ ਤਾਂ ਲਾਗੂ ਨਹੀਂ ਹੁੰਦੀ। ਪਰ ਉਹ ਇੱਕ ਆਮ ਜਿਹੇ ਤਰੀਕੇ ਨਾਲ ਦਿਖ ਜਾਂਦੀ ਹੈ ਕਿ ਸਥਿਤੀ ਕੀ ਹੈ। ਫਿਰ ਜਿਵੇਂ ਆਪਾਂ ਪਹਿਲਾਂ ਕੇਰਲਾ ਵਗੈਰਾ ਦੀ ਡਿਸਕਸ ਕਰਦੇ, ਕੇਰਲਾ ਵਗੈਰਾ ਦੀ ਉਹਦੇ ਤੋਂ ਅੰਦਾਜ਼ਾ ਜਿਹਾ ਇੱਕ ਤਰ੍ਹਾਂ ਲੱਗ ਜਾਂਦਾ ਹੈ। ਹੁਣ ਤੁਸੀਂ ਦੇਖੋ ਵੀ ਜਿਹੜੀ ਬੰਗਾਲ ਦੀ ਆ ਗਈ ਕਹਾਣੀ। ਬੰਗਾਲ ਦੇ ਵਿੱਚ ਜਿਹੜੇ 2 ਚੈਨਲ ਤਾਂ ਇਹ ਗੱਲ ਕਹਿ ਰਹੇ ਆ ਕਿ ਜੀ ਉੱਥੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ ਮਮਤਾ ਬੈਨਰਜੀ। ਇੱਕ ਚੈਨਲ ਕਹਿ ਰਿਹਾ ਕਿ ਮਮਤਾ ਬੈਨਰਜੀ ਦਾ ਸਪਸ਼ਟ ਬਹੁਮਤ ਹੈ। ਇੱਕ ਚੈਨਲ ਉੱਥੇ ਕਹਿ ਰਿਹਾ ਵੀ ਇਹ ਜੀ ਮਮਤਾ ਬੈਨਰਜੀ ਦੀ ਪਾਰਟੀ ਤੇ BJP ਬਰਾਬਰ। ਇੱਕ ਚੈਨਲ ਉੱਥੇ ਕਹਿ ਰਿਹਾ ਜੀ BJP ਜਿੱਤੂਗੀ। ਇਹ ਇਸ ਕਿਸਮ ਦੀ ਮਤਲਬ ਜਿਹਦੇ ਨਾਲ ਲਿਹਾਜ਼ ਉਹਦੇ ਮੁਤਾਬਕ ਉਹ ਗੱਲ ਕਹੀ ਜਾਂਦੀ। ਲੇਕਿਨ ਜਿਹੜੀ ਵੇਖਣ ਵਾਲੀ ਗੱਲ, ਆਪਣੇ ਵੇਖਣ ਵਾਲੀ ਗੱਲ, ਆਪਣਾ ਐਨਾਲਿਸਿਸ ਕੀ ਕਹਿੰਦਾ ਹੈ? ਆਪਣਾ ਐਨਾਲਿਸਿਸ ਕਹਿੰਦਾ ਕਿ 294 ਸੀਟਾਂ ਹੈ ਬੰਗਾਲ ਦੀਆਂ। 2 ਸੀਟਾਂ ਤੇ ਚੋਣ ਨਹੀਂ ਹੋਈ, 200 ਤੇ 92 ਸੀਟਾਂ ਰਹਿ ਗਈਆਂ ਤੇ 292 ਸੀਟਾਂ ਦੀਆਂ ਅੱਧੀਆਂ ਕਿੰਨੀਆਂ ਬਣ ਗਈਆਂ? 146 100 ਤਾਂ 47 ਸੀਟਾਂ ਚਾਹੀਦੀਆਂ। ਕੋਈ ਵੀ ਜਿਹੜਾ ਹੈਗਾ ਸਰਵੇਖਣ ਉਹ ਮਮਤਾ ਬੈਨਰਜੀ ਨੂੰ ਜਮਾ ਥੱਲੇ ਨਹੀਂ ਦੱਸ ਰਿਹਾ। ਉਹ ਇਹ ਗੱਲ ਕਹਿ ਰਿਹਾ ਕਿ ਸੀਟਾਂ ਸਾਰੇ ਕਹਿੰਦੇ 150 ਦੇ ਆਲੇ ਦੁਆਲੇ ਆਉਂਦੀਆਂ। 150 ਦੇ ਆਲੇ ਦੁਆਲੇ ਆਉਣ ਵਾਲੀਆਂ ਗੱਲਾਂ ਹੁਣ ਜਿਹੜੀ ਆਪਾਂ ਗੱਲ ਕਰ ਲਈਏ, ਪਿਛਲੇ ਦਿਨਾਂ 'ਚ ਬਿਹਾਰ ਦੀ ਚੋਣ ਹੋਈ ਸੀ। ਬਿਹਾਰ ਦੇ ਵਿੱਚ ਐਗਜ਼ਿਟ ਪੋਲ ਜਿਹੜੇ ਇਹ ਗੱਲ ਕਹਿੰਦੇ ਸੀ, ਲਓ ਜੀ ਤੇਜਸਵੀ ਯਾਦਵ ਬਣ ਗਿਆ, ਪਰ ਰਿਜ਼ਲਟ ਕੁਛ ਹੋਰ ਹੀ ਨਿਕਲਿਆ। ਇਸ ਤਰ੍ਹਾਂ ਲੱਗਦਾ ਇਹ ਹੈ ਕਿ ਜਿਹੜਾ ਬੰਗਾਲ ਦੇ ਵਿੱਚ ਵੀ
ਭਾਰਤੀ ਜਨਤਾ ਪਾਰਟੀ ਦੀ ਤਾਕਤ ਵਧੂਗੀ, ਲੇਕਿਨ ਸਰਕਾਰ ਉੱਥੇ ਰਿਪੀਟ ਕਰਦੀ ਜਾਪਦੀ ਹੈ ਮਮਤਾ ਬੈਨਰਜੀ। ਪਰ ਜੇ ਹੀਲ ਜੂਲ ਕਰ ਗਏ ਗੋਆ ਵਾਂਗੂ ਫਿਰ ਕਹਿ ਨਹੀਂ ਸਕਦੇ ਕੁਝ। ਉਹ ਤਾਂ ਬਾਅਦ ਦੀ ਗੱਲ ਹੈ ਨਾ, ਇੱਕ ਵਾਰੀ ਤਾਂ ਰਿਜ਼ਲਟ ਆਪਣੇ ਸਾਹਮਣੇ ਆਊਗਾ ਨਾ। ਹੂੰ। ਜਿਹੜੀ ਆ ਖਰੀਦੋ ਫਰੋਖਤ ਵਾਲੀ ਗੱਲ ਕਰਨੀ ਹੈ ਉਹ ਕਰਨੀ ਹੈ, ਪਰ ਉੱਥੇ ਚਲੋ ਆਪਾਂ ਗੱਲ ਉਸੇ ਤੇ ਆਈਏ ਕਿ ਆਪਾਂ ਹੁਣ ਇਹ ਗੱਲਾਂ ਤਾਂ ਆਪਾਂ ਕਰ ਲਈਆਂ। ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਗੱਲ ਸੀ ਵੀ RSS ਦੀ ਨਾਰਾਜ਼ਗੀ। ਤੁਸੀਂ ਆਪਾਂ ਸਾਰੀਆਂ ਗੱਲਾਂ ਦੇਖ ਲਈਆਂ ਕਿ ਇੱਥੋਂ ਰਿਜ਼ਲਟ ਕੀ ਆਉਂਦਾ। ਜੇ ਇੱਥੋਂ ਰਿਜ਼ਲਟ ਚਲੋ ਜਿਵੇਂ ਆਪਾਂ ਡਿਸਕਸ ਕੀਤਾ BJP ਤਾਂ ਫਿਰ ਇੱਕ ਅੱਧੀ ਥਾਂ ਤੇ ਉਹੀ ਆਉਂਦੀ ਹੈ। ਕੀ ਲੱਗਦਾ ਤੁਹਾਨੂੰ ਕਿ ਇਹਦੀ ਲੀਡਰਸ਼ਿਪ ਨੂੰ ਚੈਲੰਜ ਹੋ ਸਕਦਾ? ਕਿਉਂਕਿ ਦੇਖੋ ਸਿੱਧੀ ਗੱਲ ਸਪਸ਼ਟ ਤੌਰ ਤੇ ਤਾਂ ਇਹ ਗੱਲ ਹੋ ਗਈ ਕਿ BJP ਦਾ ਨਾਂ ਘੱਟ ਹੈ, 2 ਬੰਦੇ ਨੇ, ਅਮਿਤ ਸ਼ਾਹ ਤੇ ਨਰਿੰਦਰ ਮੋਦੀ। ਇਹੀ ਚੀਜ਼ ਹੈ ਕਿ ਜਿਹੜੀਆਂ 5 ਸੀਟਾਂ ਹੈ, 5 ਸਟੇਟਾਂ ਹੈ, 5 ਸਟੇਟਾਂ ਦੇ ਵਿੱਚੋਂ 2 ਸਟੇਟਾਂ ਆਪਾਂ ਕਹਿ ਸਕਦੇ ਹਾਂ BJP ਨੂੰ ਜਾ ਸਕਦੀਆਂ। ਪਾਂਡੀਚੇਰੀ ਪੱਕੀ, ਠੀਕ ਹੈ। ਅਸਾਮ ਅੱਧ ਪਚਾਦ, ਲੇਕਿਨ ਬੰਗਾਲ ਦੇ ਵਿੱਚ BJP ਆਉਂਦੀ ਦੀਦੀ ਨਹੀਂ, ਹਜੇ ਨਹੀਂ। ਜੇ ਰਿਜ਼ਲਟ ਮਤਲਬ ਇਹ ਉਹਦੇ ਕਿ ਬੰਗਾਲ ਵੀ ਹਾਰ ਜਾਂਦੀ ਹੈ, ਪੰਜਾਂ ਦੇ ਵਿੱਚ 3 ਸਟੇਟਾਂ ਹਾਰ ਜਾਂਦੀ ਹੈ, ਤਾਂ ਇਹਦੇ ਨਾਲ ਬਹੁਤ ਜਿਹੜੀ ਹੈਗੀ ਹੈ ਮੋਦੀ ਦੀ ਪੋਜੀਸ਼ਨ ਕਮਜ਼ੋਰ ਹੋ ਜਾਣੀ ਹੈ। ਖੁਦਾ ਨਾ ਖਾਸਤਾ ਜੇ ਅਸਾਮ ਦੇ ਵਿੱਚ ਵੀ ਕਾਂਗਰਸ ਪਾਰਟੀ ਆਪਣੀ ਪੋਜੀਸ਼ਨ ਨੂੰ ਇੰਪਰੂਵ ਕਰ ਗਈ ਤੇ ਕਿਤੇ ਮਾੜੀ ਮੋਟੀ ਉੱਥੇ ਉਹ ਐਜ ਉਹਦੇ ਹੱਕ ਚਲਾ ਗਿਆ ਜੀ, ਤਾਂ ਫਿਰ ਇਹਨਾਂ ਦੀ ਹਾਲਤ ਬੜੀ ਭਿਆਨਕ ਹੋ ਜਾਣੀ ਹੈ। ਤੇ ਇਹਦੇ ਨਾਲ ਜੋੜ ਲਓ ਕਿਸਾਨ ਅੰਦੋਲਨ, ਕਿਉਂਕਿ 2000 ਜਿਹੜੀ ਹੈਗੀ ਹੈ 22 ਨੂੰ ਕਈ ਸੂਬਿਆਂ 'ਚ ਚੋਣਾਂ ਹੋਣੀਆਂ ਬਿਲਕੁਲ, ਤੇ 2024 ਦੇ ਵਿੱਚ ਹੋਣੀਆਂ ਨੈਸ਼ਨਲ ਲੈਵਲ। ਔਰ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕਿਸਾਨ ਅੰਦੋਲਨ ਦਾ ਅਸਰ ਆ ਉਹ ਵੀ ਹੋਊਗਾ। ਆਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਇਹ ਕਾਊਂਟ ਕਰਨਗੇ। ਇਸ ਕਰਕੇ ਜਿਹੜੀ RSS ਦੀ ਨਾਰਾਜ਼ਗੀ ਹੈ, ਦਿਨ ਤਾਂ ਲੰਘਦੇ ਜਾਂਦੇ, ਹੁਣ ਦੇਖ ਲਓ ਕਿਸਾਨ ਉੱਥੇ ਬੈਠੇ ਹੁਣ ਤਾਂ 6 ਮਹੀਨੇ ਤਾਂ ਹੋ ਹੀ ਗਏ ਸਭ। ਬਿਲਕੁਲ, ਇਹ ਇਸ ਕਰਕੇ ਉਹ ਤਾਂ ਅਜੇ ਕਿਹੜਾ ਹੱਲ ਨੂੰ ਤਿਆਰ ਹੈ। ਉਹ ਤਾਂ ਕਹਿੰਦੇ ਜੋ ਮਰਜ਼ੀ ਕਰ ਲੋ, ਹੈ ਨਹੀਂ। ਇਹ ਅੰਦੋਲਨ ਕਿੰਨਾ ਲੰਬਾ ਚੱਲਣਾ ਹੈ, ਔਰ ਇਹ ਵੀ ਅਸੀਂ ਜਦੋਂ ਆਪਾਂ ਰਿਜ਼ਲਟ ਆਊਗਾ 2 ਮਈ ਨੂੰ ਆ ਜਾਣੇ, ਆਪਾਂ ਦੇਖਾਂਗੇ। ਬਿਲਕੁਲ ਜੀ, ਹਾਂ। ਕਿਸਾਨ ਅੰਦੋਲਨ ਦਾ ਅਸਰ ਵੀ ਉਹਦੇ ਉੱਤੇ ਸਪਸ਼ਟ ਦਿਖੂਗਾ ਜਦੋਂ ਐਨਾਲਿਸਿਸ ਕਰਨਗੇ ਨਾ ਪ੍ਰਾਈਮ ਟਾਈਮਸ ਦੇ ਵਿੱਚ ਬੈਠ ਕੇ। ਉਦੋਂ ਕਹਿਣਗੇ ਵੀ ਹਾਂ ਕਿਸਾਨ ਕਰ ਲੈਣ ਪ੍ਰਾਈਮ ਟਾਈਮ ਤੇ, ਉਹ ਐਵੇਂ ਨਾ ਪਾਉਣ ਵੀ। ਕੁਛ ਤਾਂ ਹੈਗੇ ਹੈ, ਸਾਰੇ ਨਹੀਂ ਹੈਗੇ, ਕੁਛ ਤਾਂ ਹੈਗੇ। ਘੱਟੋ ਘੱਟ ਰਵੀਸ਼ ਕੁਮਾਰ ਵੀ ਤਾਂ ਬੈਠਣਗੇ। ਜੀ। ਚਲੋ ਸਾਹਿਬ, ਡਾਕਟਰ ਜੋਗਿੰਦਰ ਦਿਆਲ ਕੱਲ ਅਲਵਿਦਾ ਕਹਿ ਗਏ ਨੇ ਇਸ ਦੁਨੀਆ ਨੂੰ। ਮੇਰੀ ਵੀ ਮੁਲਾਕਾਤ ਉਹਨਾਂ ਨਾਲ ਬੜੇ ਵਾਰੀ ਹੋਈ ਹੈ। ਜਦੋਂ ਗੱਲ ਕਰਦੇ ਸੀ ਯੂਜ਼ ਟੂ ਟਾਕ ਸੈਂਸ ਜੀ। ਆਪਾਂ ਕਹਿੰਦੇ ਕਿ ਕਈ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਝੂਠ ਜਾਂ ਮਾਰ ਦੇਣਾ ਸਿਆਸਤ ਦੇ ਵਿੱਚ, ਪਰ ਹਮੇਸ਼ਾ ਸਟੇਟ ਫਾਰਵਰਡ ਜਿਹਾ ਇਨਸਾਨ ਸੀ। ਤੁਸੀਂ ਵੀ ਬੜਾ ਨੇੜੇ ਰਹੇ ਹੋ। ਨਹੀਂ, ਸਪਸ਼ਟਵਾਦੀ ਵਿਅਕਤੀ ਸੀ। ਦੇਖੋ, ਡਾਕਟਰ ਜੋਗਿੰਦਰ ਦਿਆਲ ਜੇ ਕਹੀਏ, ਕਈ ਡਾਕਟਰ ਇਹ ਪਿੰਡਾਂ ਦੇ ਵਿੱਚ ਝੋਲਾ ਛਾਪ ਡਾਕਟਰ ਵੀ ਹੁੰਦੇ, ਕੁਛ ਡਾਕਟਰ ਉਹ ਵੀ ਹੁੰਦੇ ਆ ਜਿਨ੍ਹਾਂ ਨੇ ਉੱਚ ਵਿੱਦਿਆ ਹਾਸਲ ਕੀਤੀ ਹੁੰਦੀ ਹੈ, ਉਹਨਾਂ ਨੇ PhD ਵਗੈਰਾ ਆਪਾਂ ਉਹਨਾਂ ਨੂੰ ਵੀ ਕਹਿ ਦਿੰਦੇ ਹਾਂ। ਡਾਕਟਰ ਜੋਗਿੰਦਰ ਦਿਆਲ ਅਸਲ ਦੇ ਵਿੱਚ ਇਸ ਬੰਦੇ ਨੇ ਮੈਡੀਕਲ ਕਾਲਜ ਪਟਿਆਲਾ ਤੋਂ MBBS ਕੀਤੀ ਸੀ। ਉਹ ਤੋਂ ਬਾਅਦ ਫਿਰ ਇਹ ਬਾਹਰ MD ਵਗੈਰਾ ਕਰਨ ਵਾਸਤੇ ਚਲੇ ਗਏ, ਤੇ ਉੱਥੋਂ ਹੀ ਜਿਹੜੀ ਹੈਗੀ ਹੈ ਇਹਨਾਂ ਨੂੰ ਲਲਕ ਲੱਗ ਗਈ ਸੀ ਲੈਫਟ ਮੂਵਮੈਂਟ ਨਾਲ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਹੀ ਜੁੜ ਗਏ ਸੀ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੂੰ ਦੇਸ਼ ਦੇ ਵਿੱਚ ਜਿਹੜੀ ਹੈਗੀ ਮਜ਼ਬੂਤ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਔਰ ਇਹ ਜੋਗਿੰਦਰ ਦਿਆਲ ਹੀ ਹੈ ਜਿਹਦੀ ਅਗਵਾਈ ਦੇ ਵਿੱਚ 2 ਲੱਖ ਵਿਦਿਆਰਥੀਆਂ ਨੇ ਦਿੱਲੀ ਦੇ ਵਿੱਚ ਮੁਜ਼ਾਹਰਾ ਕੀਤਾ ਸੀ। ਔਰ ਜਿਵੇਂ ਸਟ੍ਰੇਟ ਫਾਰਵਰਡ ਬੰਦਾ ਉਹ ਕਦੇ ਵੀ ਜਿਹੜੇ ਉਹਦੀ ਵਿਚਾਰਧਾਰਾ ਕੁਛ ਵੀ ਹੈ, ਲੇਕਿਨ ਜੇ ਆਪਾਂ ਇਲੈਕਸ਼ਨਾਂ ਦੀ ਗੱਲ ਕਰਦੇ, ਆਪਾਂ ਪਾਰਟੀ ਦੀ ਪੋਜੀਸ਼ਨ ਦੀ ਗੱਲ ਕਰਦੇ, ਤਾਂ ਉਹ ਸਪਸ਼ਟ ਕਹਿੰਦਾ ਸੀ ਕਿ ਸਾਡੀ ਝੋਲੀ 'ਚ ਦਾਣੇ ਹੈ। ਔਰ ਜਿਹੜਾ ਪੋਲੀਟੀਕਲ ਐਨਾਲਿਸਿਸ ਸੀ ਉਸ ਬੰਦੇ ਦਾ, ਉਹ ਬੜਾ ਤਕੜਾ ਸੀ। ਪੋਲੀਟੀਕਲ ਐਨਾਲਿਸਿਸ ਪੰਜਾਬ ਦੇ ਵਿੱਚ ਇਸ ਜ਼ਮਾਨੇ 'ਚ ਕੋਈ ਹੈ ਨਹੀਂ ਸੀ। ਅਗਲੀ ਗੱਲ ਇਹਦੀ ਹੈ ਕਿ ਉਹ ਮੁੱਖ ਤੌਰ ਦੇ ਉੱਤੇ ਆਪਣਾ ਜਿਹੜਾ ਹੈਗਾ ਆਰਗੇਨਾਈਜੇਸ਼ਨਲ ਫਰੰਟ ਦੇ ਉੱਤੇ ਕੰਮ ਕਰਦਾ ਰਿਹਾ। ਉਸ ਬੰਦੇ ਨੇ ਜ਼ਿੰਦਗੀ 'ਚ ਕੋਈ ਇਲੈਕਸ਼ਨ ਨਹੀਂ ਲੜੀ। ਅੱਛਾ। ਕਦੇ ਵੀ ਉਹ ਬੰਦੇ ਨੇ ਟਿਕਟ ਨਹੀਂ ਮੰਗੀ ਜੀ, ਕਦੇ ਟਿਕਟ ਨਹੀਂ ਮੰਗੀ, ਕਦੇ ਇਲੈਕਸ਼ਨ ਨਹੀਂ ਲੜੀ। ਲਾਸਟ ਮੂਵਮੈਂਟ ਤੱਕ ਉਹ ਲੋਕਾਂ ਦੀ ਖਾਤਰ ਜਦੋਜਹਿਦ ਕਰਦਾ ਰਿਹਾ। ਮੇਰਾ ਜਿਹੜਾ ਲਾਸਟ ਸੰਪਰਕ ਉਹਨਾਂ ਨਾਲ ਹੋਇਆ, ਆਪਣੇ ਪੱਤਰਕਾਰ ਹੈ ਦਵਿੰਦਰਜੀਤ ਸਿੰਘ ਦਰਸ਼ੀ, ਚੰਡੀਗੜ੍ਹ ਤੋਂ, ਵਿਸ਼ਵ ਵਾਰਤਾ ਦੇ ਉਹ ਸੰਚਾਲਕ ਹੈ। ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਜੀ। ਮੋਹਾਲੀ ਸੀਗਾ ਅੰਤਮ ਅਰਦਾਸ ਦੇ ਵਿੱਚ ਮੈਂ ਵੀ ਗਿਆ, ਤੇ ਉਹ ਵੀ ਆਏ ਹੋਏ ਸੀ। ਉਹਨਾਂ ਦਾ ਸਨ ਇਨ ਲਾ ਉਹਨਾਂ ਨੂੰ ਲੈ ਕੇ ਆਇਆ ਸੀ। ਸਨ ਇਨ ਲਾ ਨੇ ਬਾਂਹ ਫੜੀ ਹੋਈ ਸੀ, ਤੇ ਮੈਂ ਦੇਖ ਕੇ ਮੈਂ ਡਾਕਟਰ ਸਾਹਿਬ ਇੰਨੇ ਕਮਜ਼ੋਰ। ਕਹਿੰਦਾ ਹੋਰ ਯਾਰ ਕਮਜ਼ੋਰ ਹੋ ਗਏ ਹੁਣ, ਮੈਸੇਜ ਤੱਕ ਲਾਇਆ ਕਹਿੰਦਾ ਮੈਂ। ਤੇ ਮੈਂ ਕਿਹਾ ਤੁਸੀਂ ਕਾਹਨੂੰ ਆਉਣੇ, ਆਰਾਮ ਕਰੋ। ਕਹਿੰਦਾ ਨਹੀਂ ਯਾਰ, ਸੱਜਣ ਮਿੱਤਰ, ਕਹਿੰਦਾ ਤੇਰੇ ਵਰਗੇ ਬੰਦੇ ਨੇ ਕਿੱਥੇ ਮਿਲਣੇ। ਮਤਲਬ ਮੇਲ ਮਿਲਾਪ ਕਰਨ ਵਾਲਾ ਬੰਦਾ। ਉਹਨੇ ਕਿਸੇ ਵੀ ਜ਼ਿਲ੍ਹੇ 'ਚ ਜਾਣਾ, ਕਿਸੇ ਵੀ ਸ਼ਹਿਰ ਦੇ ਵਿੱਚ ਜਾਣਾ, ਉੱਥੋਂ ਦੇ ਮੀਡੀਆ ਦੇ ਨਾਲ ਕੋਆਰਡੀਨੇਟਰ ਰਿਲੇਸ਼ਨ ਹਰ ਇੱਕ ਨੂੰ ਮਿਲਣਾ। ਪੋਲੀਟੀਕਲ ਬੰਦੇ ਆ ਜਿਹੜੇ ਦੂਜੀਆਂ ਵਿਚਾਰਧਾਰਾਵਾਂ ਦੇ ਲੋਕ ਆ, ਉਹਨਾਂ ਦੇ ਨਾਲ ਵੀ ਉਹਦਾ ਬਹੁਤ ਬਣਾ। ਅਸੀਂ ਇਹ ਕਹਿ ਸਕਦੇ ਹਾਂ ਕਿ ਡਾਕਟਰ ਜੋਗਿੰਦਰ ਦਿਆਲ ਦੇ ਜਾਣ ਨਾਲ ਇੱਕ ਜਿਹੜਾ ਹੈਗਾ ਇੱਕ ਪੀੜ੍ਹੀ ਉਹ ਪੀੜ੍ਹੀ ਜਿਹੜੀ ਪੀੜ੍ਹੀ ਸਮਰਪਿਤ ਸੀ ਆਪਣੀ ਵਿਚਾਰਧਾਰਾ ਦੇ ਲਈ, ਜਿਹੜੀ ਸਮਰਪਿਤ ਸੀ ਆਪਣੇ ਲੋਕਾਂ ਦੇ ਲਈ, ਉਹ ਜਿਹੜੀ ਹੈਗੀ ਉਸ ਪੀੜ੍ਹੀ ਦਾ ਖਾਤਮਾ ਹੋ ਗਿਆ। ਕਿਉਂਕਿ ਬਾਕੀ ਉਹਨਾਂ ਤੋਂ ਸਾਰੇ ਜੂਨੀਅਰ ਹੈ। ਜੋਗਿੰਦਰ ਦਿਆਲ ਇੱਕ ਬਹੁਤ ਵਧੀਆ ਇਨਸਾਨ, ਆਪਣੀ ਵਿਚਾਰਧਾਰਾ ਦੇ ਪ੍ਰਤੀ ਉਹਦੀ ਪ੍ਰਤੀਬੱਧਤਾ ਉਹ। ਔਰ ਇਹ ਮੈਂ ਕਈ ਵਾਰੀ ਦੇਖਿਆ ਕਿ ਕਮਿਊਨਿਸਟਾਂ ਦੇ ਵਿੱਚ ਵੀ ਬੰਦੇ ਦੀ ਉਹ ਆਮ ਤੌਰ ਦੇ ਉੱਤੇ ਵੀ ਕਿਸੇ ਵੇਲੇ ਉਹਦਾ ਪੋਲੀਟੀਕਲ ਸਟੈਂਡ ਕੋਈ ਹੁੰਦਾ, ਲਾਈਨਾਂ ਬਦਲਦੇ ਰਹਿੰਦੇ। ਜੋਗਿੰਦਰ ਦਿਆਲ ਵਾਹਦ ਇੱਕ ਅਜਿਹਾ ਸ਼ਖਸ ਸੀ ਡੇ 1 ਤੋਂ
ਜਿਹੜਾ ਉਹਨੇ ਪੋਲੀਟੀਕਲ ਐਨਾਲਿਸਿਸ ਕਰਕੇ ਆਪਣੀ ਲਾਈਨ ਅਡਾਪਟ ਕਰ ਲਈ, ਆਖਰੀ ਸਾਹ ਤੱਕ ਉਹ ਉਸੇ ਲਾਈਨ ਦੇ ਉੱਤੇ ਕਾਇਮ ਰਿਹਾ, ਬਰਕਰਾਰ ਰਿਹਾ। ਔਰ ਮੀਡੀਆ ਜਗਤ ਦੇ ਵਿੱਚ ਉਸ ਬੰਦੇ ਦਾ ਕਿੰਨਾ ਮਾਣ ਸਤਿਕਾਰ ਸੀ, ਇਹ ਤੁਸੀਂ ਅੱਜ ਅਖਬਾਰਾਂ ਦੇ ਵਿੱਚ ਉਹਨਾਂ ਦੀਆਂ ਖਬਰਾਂ ਦੇਖ ਲਓ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਅੱਜ ਮੈਂ ਦੇਖ ਰਿਹਾ ਸੀਗਾ, ਸਾਂਝਾ TV ਚੈਨਲ ਹੈ ਇੱਕ ਕੈਨੇਡਾ ਦਾ, ਮੇਰੇ ਖਿਆਲ ਵੈਨਕੂਵਰ ਤੋਂ ਚੱਲਦੇ ਹੈ, ਕੁਲਦੀਪ ਸਿੰਘ ਤੇ ਬੀਬੀ ਬਲਜਿੰਦਰ ਕੌਰ ਉਹਨੂੰ ਚਲਾਉਂਦੇ ਹੈ। ਮੈਂ ਕੁਦਰਤੀ ਅੱਜ ਸਵੇਰੇ ਉਹ ਲਾ ਕੇ ਦੇਖਿਆ ਤੇ ਉੱਥੇ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਹਾਂ ਇੱਕ ਵੱਡਾ ਪ੍ਰਮੁੱਖ ਲੀਡਰ ਹੈ ਜਿਹੜਾ ਪੰਜਾਬ ਦਾ, ਡਾਕਟਰ ਜੋਗਿੰਦਰ ਤਿਆਰ ਇਸ ਦੁਨੀਆ 'ਚ ਨਹੀਂ ਰਹੇ। 2 ਬੇਟੀਆਂ ਉਹਨਾਂ ਦੀ, ਔਰ ਪਿੰਡ ਉਹਨਾਂ ਦਾ ਕੋਲੋਗਰਾ ਹੈ ਨੰਗਲ ਦੇ ਕੋਲੇ, ਪਾਖੜਾ ਨੰਗਲ ਦੇ ਕੋਲੇ। ਸ਼ਾਇਦ ਅੱਜ ਉੱਥੇ ਉਹਨਾਂ ਦਾ ਸੰਸਕਾਰ ਕਰ ਦਿੱਤਾ, ਪਰ ਕਿਉਂਕਿ ਕਰੋਨਾ ਦਾ ਦੌਰ ਚੱਲਦਾ ਹੈ, ਬਹੁਤ ਸਾਰੇ ਸੱਜਣ ਮਿੱਤਰ ਉਹਨਾਂ ਦੇ ਉਹ ਸੀ ਜਿਹਨਾਂ 'ਚ ਮੈਂ ਵੀ ਇੱਕ ਸੀ, ਜਾਣਾ ਚਾਹੁੰਦੇ ਸੀ ਪਰ ਮਜਬੂਰੀ ਹੈ ਕਿਉਂਕਿ ਕਰੋਨਾ ਪ੍ਰੋਟੋਕੋਲ ਜਿਹੜਾ ਹੈ ਉਹਨੂੰ ਫੋਲੋ ਕਰਨਾ ਪੈਣਾ, ਆਪਾਂ ਜਾ ਨਹੀਂ ਸਕੇ। ਪਰ ਇੱਕ ਵਧੀਆ ਬੰਦਾ, ਵਧੀਆ ਇਨਸਾਨ ਉਹ ਸਾਥੋਂ ਜਿਹੜਾ ਹੈਗਾ ਵਿਛੜ ਗਿਆ ਜੀ। ਸੋ ਉਹਨਾਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ। ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ। ਮੁਲਾਕਾਤ ਹੋਏਗੀ ਸੋਮਵਾਰ। ਸ਼ਮਾਦਾਨ।